हाँ जी, myself Vibha Chauhan, and I am from Government ITI Women Berrygate, Amritsar. I would like to thank our Deputy Director, Mr. Vijendra Dhawan, and other officials of Department of Technical Education and Industrial Training Wing, who has given me the great platform of NIMI. The topic on which I am going to speak is attention and interest in teaching. So, ਅਸੀਂ ਸਭ ਤੋਂ ਪਹਿਲੇ ਗਵਰਨਮੈਂਟ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਬੇਰੀਗੇਟ ਅੰਮ੍ਰਿਤਸਰ ਦੇ ਵਿੱਚ ਚੱਲ ਰਹੇ ਟ੍ਰੇਡਸ ਬਾਰੇ ਜਾਣਕਾਰੀ ਦੇਣ ਲੱਗੀ ਹਾਂ ਮੈਂ ਤੁਹਾਨੂੰ। ਜਿਹੜੇ ਟ੍ਰੇਡਸ ਚੱਲ ਰਹੇ ਨੇ ਉਹ ਪਹਿਲਾ ਟ੍ਰੇਡ ਹੈ ਕਟਿੰਗ, ਟੇਲਰਿੰਗ, ਐਮਬਰਾਇਡਰੀ ਐਂਡ ਟੀਚਰਸ ਟ੍ਰੇਨਿੰਗ। ਇਹ 1 ਸਾਲ ਦਾ ਟ੍ਰੇਡ ਹੈ ਜਿਹੜਾ ਕਿ ਕਟਾਈ ਤੇ ਕਢਾਈ ਤੋਂ ਬਾਅਦ ਲਾਸਟ ਟ੍ਰੇਡ ਜਿਹੜਾ ਮੰਨਿਆ ਜਾਂਦਾ ਹੈ। ਟੀਚਰ ਟ੍ਰੇਨਿੰਗ ਟ੍ਰੇਡ ਹੈ, 1 ਸਾਲ ਦਾ ਟ੍ਰੇਡ ਹੈ। ਸੂਇੰਗ ਟੈਕਨੋਲੋਜੀ, ਇਸ ਵਿੱਚ ਕਟਾਈ ਸਿਲਾਈ ਸਿਖਾਈ ਜਾਂਦੀ ਹੈ, ਇਹ ਵੀ 1 ਸਾਲ ਦਾ ਟ੍ਰੇਡ ਹੈ। ਸਰਵਿਸ ਔਰਨਾਮੈਂਟੇਸ਼ਨ ਟੈਕਨੀਕ, ਕਢਾਈ ਦਾ ਟ੍ਰੇਡ ਹੈ ਜਿਹਦੇ ਵਿੱਚ ਹੱਥ ਦੀ ਤੇ ਪੈਰਾਂ ਦੀ ਕਢਾਈ ਸਿਖਾਈ ਜਾਂਦੀ ਹੈ, ਇਹ ਵੀ ਜਿਹੜਾ ਵਾ 1 ਸਾਲ ਦਾ ਟ੍ਰੇਡ ਹੈ। ਫੈਸ਼ਨ ਡਿਜ਼ਾਈਨ ਐਂਡ ਟੈਕਨੋਲੋਜੀ, ਫੈਸ਼ਨ ਦੇ ਰਿਲੇਟਡ ਇਹ ਟ੍ਰੇਡ ਹੈ, ਜਿਹੜਾ ਲੇਟੈਸਟ ਫੈਸ਼ਨ ਚੱਲਦਾ ਹੈ, ਕਿਸ ਤਰ੍ਹਾਂ ਉਹਨੂੰ ਡਿਜ਼ਾਈਨ ਕਰਨਾ ਹੈ, ਕਿਸ ਤਰ੍ਹਾਂ ਉਹਨੂੰ ਪ੍ਰੈਜ਼ੈਂਟ ਕਰਨਾ ਹੈ, ਇਸ ਟ੍ਰੇਡ ਦੇ ਵਿੱਚ ਸਿਖਾਇਆ ਜਾਂਦਾ ਹੈ, ਇਹ ਵੀ 1 ਸਾਲ ਦਾ ਟ੍ਰੇਡ ਹੈ। ਬੇਸਿਕ ਕਾਸਮੈਟੋਲੋਜੀ, ਬੇਸਿਕ ਕਾਸਮੈਟੋਲੋਜੀ ਬਿਊਟੀ ਤੇ ਕੇਅਰ ਦੇ ਨਾਲ ਸੰਬੰਧਿਤ ਟ੍ਰੇਡ ਹੈ ਜਿਹੜਾ ਕਿ 1 ਸਾਲ ਦਾ ਟ੍ਰੇਡ ਹੈ, ਇਹ ਵੀ ਗਵਰਨਮੈਂਟ ITI ਵੂਮਨ ਬੇਰੀਗੇਟ ਦੇ ਵਿੱਚ ਚਲਾਇਆ ਜਾ ਰਿਹਾ ਹੈ। ਡਰਾਫਟਿੰਗ ਸਿਵਲ, ਡਰਾਫਟਮੈਨ ਸਿਵਲ ਟ੍ਰੇਡ ਜਿਹੜਾ ਹੈ ਉਹ 2 ਸਾਲਾਂ ਦਾ ਟ੍ਰੇਡ ਹੈ ਤੇ ਉਹਦੇ ਵਿੱਚ ਲੜਕੀਆਂ ਨੂੰ ਖਾਸ ਕਰਕੇ ਉਹਨਾਂ ਵਾਸਤੇ ਟ੍ਰੇਡ ਹੈ ਜਿਨ੍ਹਾਂ ਨੂੰ ਡਰਾਫਟਮੈਨ ਸਿਵਲ ਦੇ ਵਿੱਚ ਨਕਸ਼ੇ ਬਣਾਉਣੇ ਸਿਖਾਏ ਜਾਂਦੇ ਨੇ। ICTSM ਫਿਰ ਇੱਕ ਦੂਸਰਾ ਜਿਹੜਾ 2 ਸਾਲਾਂ ਦਾ ਟ੍ਰੇਡ ਹੈ ਉਹ ਇੱਥੇ ਚਲਾਇਆ ਜਾ ਰਿਹਾ ਹੈ। ਸੋ ਇਹ ਸਾਰੇ ਟ੍ਰੇਡਸ ਲੜਕੀਆਂ ਵਾਸਤੇ ਨੇ ਤੇ ਕਿਉਂਕਿ ਇਹ ਵੂਮਨਸ ਕਾਲਜ ਹੈ, ਵੂਮਨਸ ਇੰਸਟੀਚਿਊਟ ਹੈ, ਤੋ ਇਹਦੇ ਵਿੱਚ ਉਹਨਾਂ ਨੂੰ ਪੂਰੀਆਂ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ। ਸਾਡੇ ਪ੍ਰਿੰਸੀਪਲ ਸਰਦਾਰ ਕਿਰਪਾਲ ਸਿੰਘ ਜੀ ਨੇ, ਉਹਨਾਂ ਦਾ ਮੋਬਾਈਲ ਨੰਬਰ 9815791144 ਹੈ। ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਜਾਂ ਕੋਈ ਵੀ ਚੀਜ਼ ਪੁੱਛਣੀ ਹੈ ਐਡਮਿਸ਼ਨ ਦੇ ਰਿਲੇਟਡ, ਤੁਸੀਂ ਪੁੱਛ ਸਕਦੇ ਹੋ, ਸਰ ਨੂੰ ਪੁੱਛ ਸਕਦੇ ਹੋ, ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ ਐਡਮਿਸ਼ਨ ਦੇ ਰਿਲੇਟਡ, ਜਾਂ ਹੋਰ ਵੀ ਕੋਈ ਤੁਹਾਡੇ ਦਿਮਾਗ 'ਚ ਕੋਈ ਕੁਐਸਚਨਸ ਹੈ ਰਿਲੇਟਡ ਇੰਸਟੀਟਿਊਟ, ਰਿਲੇਟਡ ਟ੍ਰੇਡਸ, ਤੁਸੀਂ ਸਾਨੂੰ ਪੁੱਛ ਸਕਦੇ ਹੋ। ਸੋ ਹੁਣ ਮੈਂ ਆਪਣਾ ਟੌਪਿਕ ਸ਼ੁਰੂ ਕਰਨ ਜਾ ਰਹੀ ਹਾਂ। ਸੋ ਸਭ ਤੋਂ ਪਹਿਲੇ ਅਟੈਂਸ਼ਨ ਤੇ ਅਸੀਂ ਇੰਟਰਸਟ ਬਾਰੇ ਸਮਝਣਾ ਹੈ। ਐਜ਼ ਅੱਜ ਦੇ ਲੈਕਚਰ 'ਚ ਇਹ ਟੀਚਰਸ ਟ੍ਰੇਨਿੰਗ ਵਾਸਤੇ ਡਿਜ਼ਾਈਨ ਕੀਤਾ ਗਿਆ ਲੈਕਚਰ ਹੈ ਖਾਸ ਕਰਕੇ। ਸੋ ਅਟੈਂਸ਼ਨ ਕੀ ਹੁੰਦੀ ਹੈ? ਧਿਆਨ। ਤੇ ਇੰਟਰਸਟ ਕੀ ਹੁੰਦਾ ਹੈ? ਰੁਚੀ। ਸੋ ਹਰ ਇੱਕ ਟੀਚਰ ਦਾ ਸਭ ਤੋਂ ਪਹਿਲਾ ਕੰਮ ਕੀ ਹੁੰਦਾ ਹੈ? ਗ੍ਰੈਬ देयर ਅਟੈਂਸ਼ਨ, ਬੱਚਿਆਂ ਦਾ ਧਿਆਨ ਸਬਜੈਕਟ ਵੱਲ ਆਕਰਸ਼ਿਤ ਕਰਨਾ, ਖਿੱਚ ਪੈਦਾ ਕਰਨਾ। ਇਸ ਤਰ੍ਹਾਂ ਅਸੀਂ ਟੀਚਿੰਗ ਕਰਨੀ ਹੈ ਕਿ ਬੱਚੇ ਦਾ ਧਿਆਨ ਜਿਹੜਾ ਵੈ ਉਹ ਸਬਜੈਕਟ ਜਿਹੜਾ ਪੜ੍ਹਾਇਆ ਜਾ ਰਿਹਾ ਵੈ ਉਹਦੇ ਵੱਲ ਆਕਰਸ਼ਿਤ ਹੋ ਸਕੇ। ਬਿਲਡ देयर ਇੰਟਰਸਟ, ਫਿਰ ਉਹਨਾਂ ਦਾ ਦੂਸਰਾ ਜਿਹੜਾ ਮੇਨ ਮੋਟੋ ਹੋਣਾ ਚਾਹੀਦਾ ਵੈ ਜਿਹੜਾ ਕਿ ਟੀਚਿੰਗ ਕਰਾ ਰਿਹਾ ਵੈ, ਉਹਦਾ ਇਹ ਹੋਣਾ ਚਾਹੀਦਾ ਹੈ ਕਿ ਬੱਚਿਆਂ ਦੀ ਰੁਚੀ ਨੂੰ ਬਣਾਏ ਰੱਖਣਾ, ਕਿ ਉਹ ਜਿਹੜਾ ਅਸੀਂ ਸਬਜੈਕਟ ਪੜ੍ਹਾ ਰਹੇ ਹਾਂ ਜਿਹਦੇ ਬਾਰੇ ਅਸੀਂ ਅਟੈਂਸ਼ਨ ਕ੍ਰੀਏਟ ਕੀਤੀ ਹੈ ਉਹਦੇ ਵਿੱਚ ਰੁਚੀ ਜਿੰਨੀ ਦੇਰ ਜ਼ਿਆਦਾ ਦੇਰ ਤੱਕ ਰਹੇਗੀ ਤੇ ਉਹ ਜਿਹੜਾ ਸਬਜੈਕਟ ਹੈ ਬਹੁਤ ਹੀ ਅੱਛੀ ਤਰ੍ਹਾਂ ਜਿਹੜਾ ਬੱਚਿਆਂ ਨੂੰ ਸਮਝ ਆ ਸਕੇਗਾ। ਕ੍ਰੀਏਟ ਦਾ ਡਿਜ਼ਾਇਰ, ਜੇ ਅਸੀਂ ਰੁਚੀ ਬਹੁਤ ਅੱਛੀ ਪੈਦਾ ਕਰ ਦਿੱਤੀ ਹੈ, ਬੱਚਿਆਂ ਦਾ ਇੰਟਰਸਟ ਬਹੁਤ ਵਧੀਆ ਅਸੀਂ ਉਸ ਸਬਜੈਕਟ ਦੇ ਰਿਲੇਟਡ ਪੈਦਾ ਕਰ ਦਿੱਤਾ ਹੈ ਤੇ ਬੱਚਿਆਂ ਦੇ ਅੰਦਰ ਕੁਛ ਨਾ ਕੁਛ ਉਸ ਸਬਜੈਕਟ ਦੇ ਰਿਲੇਟਡ ਜਾਣਨ ਦੀ ਨਵੀਂ ਤੋਂ ਨਵੀਂ ਇੱਛਾ ਹੋਏਗੀ, ਨਵੇਂ ਤੋਂ ਨਵੇਂ ਕੁਐਸਚਨ ਜਿਹੜੇ ਹੈ ਡਿਵੈਲਪ ਹੋਣਗੇ। ਸੋ ਡਿਜ਼ਾਇਰ, ਇੱਕ ਇੱਛਾ ਵੀ ਉਹਨਾਂ ਦੇ ਅੰਦਰ ਪੈਦਾ ਕਰਨਾ ਕਿ ਇਹ ਜਿਹੜਾ ਟੌਪਿਕ ਸਮਝਾਇਆ ਜਾ ਰਿਹਾ ਹੈ ਇਹਦੇ ਹੋਰ ਕੀ ਡਰਾਬੈਕਸ ਜਾਂ ਇਹਦੇ ਇੰਪੋਰਟੈਂਸ ਕੀ ਹੋ ਸਕਦੀ ਹੈ ਜਾਂ ਇਹਨੂੰ ਦੂਸਰੀ ਤਰ੍ਹਾਂ ਅਸੀਂ ਕਿਸ ਤਰ੍ਹਾਂ ਸਮਝ ਸਕਦੇ ਹਾਂ, ਇਹ ਡਿਜ਼ਾਇਰ ਵੀ ਬੱਚੇ 'ਚ ਪੈਦਾ ਕਰਨਾ। ਇਹ ਵੀ ਟੀਚਿੰਗ ਦਾ ਮੇਨ ਕੰਮ ਹੁੰਦਾ ਹੈ ਜਿਹੜਾ ਕਿ ਇੱਕ ਰੁਚੀ ਪੈਦਾ ਕਰਨ ਦੇ ਨਾਲ ਨਾਲ ਉਹਦੀ ਇੱਛਾਵਾਂ ਨੂੰ ਵਧਾਉਂਦਾ ਹੈ। ਪਰਸੂਏਡ them to take action, ਅਸੀਂ ਇੱਕ ਸਟੂਡੈਂਟ, ਟੀਚਰ ਦਾ ਸਟੂਡੈਂਟ ਦੇ ਬਾਰੇ ਰਿਲੇਸ਼ਨ ਬਾਰੇ ਗੱਲ ਕਰ ਰਹੇ ਹਾਂ ਕਿ ਜਦੋਂ ਇੱਕ ਸਬਜੈਕਟ ਪੜ੍ਹਾਇਆ ਜਾ ਰਿਹਾ ਵੈ ਤੇ ਉਹਨਾਂ ਨੂੰ ਇਸ ਤਰ੍ਹਾਂ ਪੜ੍ਹਾਇਆ ਜਾਏ ਕਿ ਇੱਕ ਤੇ ਉਹਨਾਂ ਦਾ ਧਿਆਨ ਉਹਦੇ ਵਿੱਚ ਆਕਰਸ਼ਿਤ ਹੋਏ ਬਹੁਤ ਅੱਛੀ ਤਰ੍ਹਾਂ। ਜੇ ਧਿਆਨ ਆਕਰਸ਼ਿਤ ਅਸੀਂ ਕਰ ਦਿੱਤਾ ਵੈ ਤੇ ਉਹਨਾਂ ਦਾ ਜਿਹੜਾ ਵੈ ਇੰਟਰਸਟ ਜਿਹੜਾ ਵੈ ਉਹ ਬਿਲਡਅਪ ਰਹੇ, ਉਹਨਾਂ ਦਾ ਇੰਟਰਸਟ ਉਹਦੇ ਵਿੱਚ ਰਹੇ ਤੇ ਨਵੇਂ ਤੋਂ ਨਵਾਂ ਚੀਜ਼ ਸਿੱਖਣ ਦੀ ਇੱਛਾ ਉਹਨਾਂ ਦੇ ਵਿੱਚ ਪੈਦਾ ਹੁੰਦੀ ਰਹੇ। ਪਰ ਪਰਸਿਊਡ them to take action ਦਾ ਇਹਦੇ ਵਿੱਚ ਇਹ ਮਤਲਬ ਹੈ ਕਿ ਉਹਨਾਂ ਨੂੰ ਪ੍ਰੋਤਸਾਹਿਤ ਕੀਤਾ ਜਾਏ ਕਿ ਉਹ ਜਿਹੜਾ ਅਸੀਂ ਚੀਜ਼ ਸਮਝਾਈ ਹੈ ਉਹਨੂੰ ਅਸੀਂ ਲਾਗੂ ਵੀ ਕਰੀਏ। ਉਹ ਕਿਸ ਤਰ੍ਹਾਂ ਪੋਸੀਬਲ ਹੈ? ਜੇ ਟੀਚਰਸ ਜਾਂ ਸਕੂਲ ਜਿਹੜੇ ਲਾਇਬ੍ਰੇਰੀ ਪ੍ਰੋਵਾਈਡ ਕਰ ਦਿੰਦੇ ਹੈ ਸਟੂਡੈਂਟਸ ਨੂੰ ਤੇ ਬੱਚਾ ਕੀ ਹੈ ਜਿਹੜਾ ਸਬਜੈਕਟ ਕਲਾਸ ਦੇ ਵਿੱਚ ਪੜ੍ਹਦਾ ਵੈ
ਉਹਦੇ ਬਾਰੇ ਹੋਰ ਨੌਲੇਜ ਲੈਣ ਵਾਸਤੇ ਬੁੱਕਸ ਦੀ ਜਿਹੜੀ ਹੈਲਪ ਲੈਂਦਾ ਹੈ। ਉਸ ਤੋਂ ਬਾਅਦ ਉਹ ਜਿਹੜਾ ਕਮਰੇ ਦਾ ਵਾਤਾਵਰਨ ਜਿੱਥੇ ਅਸੀਂ ਪੜ੍ਹਾਇਆ ਜਾ ਰਿਹਾ ਵੈ, ਉਹ ਵਾਤਾਵਰਨ ਜਿਹੜਾ ਵੈ ਉਹ ਬਿਲਕੁਲ ਪੜ੍ਹਾਈ ਦੇ ਅਨੁਕੂਲ ਹੋਣਾ ਚਾਹੀਦਾ ਹੈ, ਸਾਫ਼ ਸੁਥਰਾ ਹੋਣਾ ਚਾਹੀਦਾ ਹੈ। ਸਾਰੀਆਂ ਉੱਥੇ ਜਿਹੜੀਆਂ ਉਹਨਾਂ ਨੂੰ ਚੀਜ਼ਾਂ ਪ੍ਰੋਵਾਈਡ ਕੀਤੀਆਂ ਜਾਣੀਆਂ ਚਾਹੀਦੀਆਂ, ਡੈਸਕ ਪ੍ਰੋਪਰ ਹੋਣੇ ਚਾਹੀਦੇ ਹੈ, ਸਿਟਿੰਗ ਅਰੇਂਜਮੈਂਟ ਪ੍ਰੋਪਰ ਹੋਣਾ ਚਾਹੀਦਾ ਹੈ, ਤਾਂ ਕਿ ਉਹਦਾ ਜਿਹੜਾ ਧਿਆਨ ਹੈ ਉਸ ਸਬਜੈਕਟ ਵੱਲ ਹੀ ਲੱਗਾ ਰਹੇ, ਨਾ ਕਿ ਉਹਦਾ ਧਿਆਨ ਇਸ ਚੀਜ਼ਾਂ ਵਿੱਚ ਰੁੱਝਿਆ ਰਹੇ। ਉਸ ਤੋਂ ਬਾਅਦ ਕੀ ਸਹਾਇਕ ਸਮੱਗਰੀ ਜਿੱਦਾਂ ਕਿ ਕੰਪਿਊਟਰ ਦੀ ਉਹਨੂੰ ਪ੍ਰੋਪਰ ਨੌਲੇਜ ਹੋਣੀ ਚਾਹੀਦੀ, ਬੱਚਿਆਂ ਨੂੰ ਦੇਣੀ ਚਾਹੀਦੀ ਹੈ, ਜਾਂ ਕੰਪਿਊਟਰ ਦੇ ਰਿਲੇਟਡ ਜਿਹੜੇ ਟੂਲਸ ਨੇ, ਇੰਸਟਰੂਮੈਂਟਸ ਹੈ, ਕੰਪਿਊਟਰ ਕਲਾਸ ਦੇ ਵਿੱਚ ਹੋਣਾ ਚਾਹੀਦਾ ਹੈ। ਲੇਟੈਸਟ ਟੈਕਨੀਕਸ ਦੇ ਨਾਲ ਪੜ੍ਹਾਇਆ ਜਾਣਾ ਚਾਹੀਦਾ ਹੈ, ਤਾਂ ਕਿ ਉਹ ਜਿਹੜਾ ਵੈ ਆਪਣਾ ਇੰਟਰਸਟ ਜਿਹੜਾ ਵੈ, ਰੁਚੀ ਜਿਹੜੀ ਹੈ ਉਹਨੂੰ ਇੱਕ ਕੰਮ ਦੇ ਵਿੱਚ ਪਰਿਵਰਤਿਤ ਕਰ ਸਕੇ। ਉਸ ਤੋਂ ਬਾਅਦ ਹੈ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਕੇ ਦੇਣੀਆਂ ਚਾਹੀਦੀਆਂ ਸਟੂਡੈਂਟ ਦੀਆਂ। ਜੇ ਕਿਸੇ ਪੜ੍ਹਾਈ ਦੇ ਰਿਲੇਟਡ ਉਹਨੂੰ ਕੋਈ ਵੀ ਜ਼ਰੂਰਤ ਪੈਂਦੀ ਹੈ, ਜੇ ਉਹ ਮਤਲਬ ਉਹਦੀ ਬੈਕਗਰਾਉਂਡ ਥੋੜੀ ਮਤਲਬ ਉਹ ਗਰੀਬ ਹੈ, ਤੇ ਉਹਦੀ ਨਾਲ ਪ੍ਰੋਤਸਾਹਨ ਕਰਨਾ ਚਾਹੀਦਾ ਹੈ, ਕਿਤੇ ਨਾ ਕਿਤੇ ਉਹਦੀ ਹੈਲਪ ਕਰਨੀ ਚਾਹੀਦੀ ਹੈ, ਟੀਚਰ ਸਟੂਡੈਂਟ ਦੀ ਹੈਲਪ ਕਰੇ, ਤੇ ਉਹ ਵੀ ਜਿਹੜਾ ਵੈ ਕਿ ਉਹ ਜਿਹੜੇ ਚੀਜ਼ ਸਮਝਾਈ ਜਾ ਰਹੀ ਹੈ ਉਹ ਇੱਕ ਐਕਸ਼ਨ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਮੀਨਿੰਗ ਆਫ ਅਟੈਂਸ਼ਨ ਦਾ ਹੁਣ ਮਤਲਬ ਕੀ ਹੈ, ਅਸੀਂ ਇਹ ਸਮਝਾਂਗੇ। Attention is an important aspect of our brain activity. It is very important in our lives. Attention means focusing on doing your work. Attention is the primary source of learning. ਧਿਆਨ ਸਾਡੀ ਦਿਮਾਗੀ ਕਿਰਿਆ ਦਾ ਮਹੱਤਵਪੂਰਨ ਅੰਗ ਹੈ। ਇਹ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਤਾ ਪੈਦਾ ਕਰਦਾ ਹੈ। ਧਿਆਨ ਦਾ ਅਰਥ ਹੈ ਆਪਣੇ ਕੰਮ ਨੂੰ ਕਰਨ ਵਿੱਚ ਕਿਸੇ ਚੀਜ਼ ਤੱਕ ਕੇਂਦਰਿਤ ਹੋਣਾ। ਧਿਆਨ ਸਿੱਖਣ ਦਾ ਪ੍ਰਾਇਮਰੀ ਇਹਨੂੰ ਜਿਹੜਾ ਵੈ ਮੋਟੋ ਸਮਝਿਆ ਜਾਂਦਾ ਹੈ ਕਿ ਜੇ ਧਿਆਨ ਦੇ ਵਿੱਚ ਪੈਦਾ ਕਰਨਾ ਵੈ ਕਿਸੇ ਚੀਜ਼ 'ਚ, ਤੇ ਇਹ ਪ੍ਰਾਇਮਰੀ ਚੀਜ਼ ਹੈ ਕਿਸੇ ਵੀ ਸਿੱਖਣ ਦੇ ਲਈ, ਚੀਜ਼ ਨੂੰ ਸਿੱਖਣ ਲਈ। The teacher should know that the student should try to get attention in the class, keep their minds focused on the class and read carefully. By learning carefully, we can get things done faster. ਅਧਿਆਪਕ ਜਿਹੜਾ ਹੁੰਦਾ ਹੈ ਕਲਾਸ ਵਿੱਚ ਵਿਦਿਆਰਥੀਆਂ ਨੂੰ ਧਿਆਨ ਨਾਲ ਕੰਮ ਕਰਨ ਤੋਂ ਪੜ੍ਹਨ ਲਈ ਕਈ ਵਾਰ ਕਹਿੰਦਾ ਹੈ। ਅਧਿਆਪਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਿਦਿਆਰਥੀ ਕਲਾਸ ਵਿੱਚ ਧਿਆਨ ਪ੍ਰਾਪਤ ਕਰਨ ਦਾ ਯਤਨ ਕਰੇ, ਉਹਨਾਂ ਦਾ ਮਨ ਕਲਾਸ ਵਿੱਚ ਲੱਗੇ ਤੇ ਉਹ ਧਿਆਨ ਨਾਲ ਪੜ੍ਹੇ। ਧਿਆਨ ਨਾਲ ਸਿੱਖਣ ਨਾਲ ਅਸੀਂ ਕੰਮ ਨੂੰ ਜਲਦੀ ਕਰ ਲੈਂਦੇ ਹਨ, ਤੇ ਸੋ ਧਿਆਨ ਦਾ ਕਿਸੇ ਵੀ ਸਬਜੈਕਟ ਦੇ ਪ੍ਰਤੀ ਹੋਣਾ ਉਹ ਬਹੁਤ ਹੀ ਜ਼ਰੂਰੀ ਹੈ। ਜੇ ਟੀਚਰ ਸਹੀ ਤਰੀਕੇ ਦੇ ਨਾਲ ਸਟੂਡੈਂਟਸ ਨੂੰ ਗਾਈਡ ਕਰਦਾ ਹੈ, ਉਹਨਾਂ ਨੂੰ ਫੋਕਸ ਕਰਦਾ ਉਹਨਾਂ ਦੇ ਮਾਈਂਡਸ ਨੂੰ, ਕਿ ਉਹ ਬੱਚੇ ਜਿਹੜੇ ਹੈ ਧਿਆਨ ਨਾਲ ਉਸ ਸਬਜੈਕਟ ਨੂੰ ਸਿੱਖਣ, ਉਸ ਸਬਜੈਕਟ ਨੂੰ ਪੜ੍ਹਨ, ਤੇ ਉਹ ਜਲਦੀ ਤੋਂ ਜਲਦੀ, ਜੇ ਧਿਆਨ ਸਹੀ ਤਰੀਕੇ ਨਾਲ ਲਿੱਤਾ ਜਾਏਗਾ ਤੇ ਉਹ ਬੱਚੇ ਜਿਹੜੇ ਹੋਣਗੇ ਉਹ ਕਾਫੀ ਅੱਛੀ ਤਰ੍ਹਾਂ ਤੇ ਬਹੁਤ ਹੀ ਜਲਦੀ ਉਸ ਚੀਜ਼ ਨੂੰ ਸਮਝ ਲੈਣਗੇ। ਸੋ ਡੈਫੀਨੇਸ਼ਨਸ ਆਫ ਅਟੈਂਸ਼ਨ। ਹੁਣ ਅਟੈਂਸ਼ਨ ਧਿਆਨ ਦੇ ਲਈ ਕਈ ਵੱਡੇ ਜਿਹੜੇ ਲੋਕਾਂ ਨੇ ਕੁਝ ਡੈਫੀਨੇਸ਼ਨਸ ਕਈਆਂ ਨੇ। ਅਕੋਰਡਿੰਗ ਟੂ ਰੌਸ, the process of bringing a thing or any concept to mind clearly is called attention. ਸੋਚਣ ਲਈ ਚੀਜ਼ ਦਾ ਗੱਲ ਨੂੰ ਸਪਸ਼ਟ ਰੂਪ ਵਿੱਚ ਦਿਮਾਗ ਜਾਂ ਮਨ ਦੇ ਸਾਹਮਣੇ ਲਿਆਉਣਾ ਦੀ ਪ੍ਰਕਿਰਿਆ ਨੂੰ ਕੀ ਕਿਹਾ ਜਾਂਦਾ ਹੈ? ਧਿਆਨ ਕਿਹਾ ਜਾਂਦਾ ਹੈ। According to Rex and Knight, the chosen action of consciousness is the chosen action of the brain. ਰੈਕਸ ਤੇ ਨਾਈਟ ਦੇ ਅਨੁਸਾਰ ਚੇਤਨਤਾ ਦੀ ਚੁਣੀ ਹੋਈ ਕਿਰਿਆ ਵਿੱਚ ਦਿਮਾਗ ਦੀ ਚੁਣੀ ਹੋਈ ਕਿਰਿਆ ਹੈ। ਜਿਹੜੀ ਵੀ ਦਿਮਾਗ ਦੇ ਜਿਹੜੀ ਅਸੀਂ ਕੌਨਸ਼ੀਅਸਨੈਸ ਨੇ ਜਿਹੜੇ ਕੰਮ ਨੂੰ ਚੁਣਿਆ ਹੈ, ਉਹੀ ਜਿਹੜਾ ਵੈ ਦਿਮਾਗ ਜਿਹੜਾ ਵੈ ਉਹਦੇ ਤੇ ਕੰਮ ਕਰਦਾ ਹੈ। ਸੋ according to Dudworth ਦੇ accordingly, attention is the concentration of the mind. The concentration is again selective and points to complete clearly. ਡੁਡਵਰਥ ਦੇ ਅਨੁਸਾਰ ਧਿਆਨ ਮਨ ਦਾ ਇਕਾਗਰਤਾ ਹੈ। ਇਹ ਇਕਾਗਰਤਾ ਫਿਰ ਚੋਣ ਵੀ ਹੈ ਤੇ ਪੂਰਨ ਸਪਸ਼ਟਤਾ ਵੱਲੋਂ ਇਸ਼ਾਰਾ ਕਰਦੀ ਹੈ। ਇਹਦਾ ਮਤਲਬ ਇਹੀ ਹੈ ਕਿ ਜਿਹੜਾ ਧਿਆਨ ਹੈ ਸਾਡਾ ਕੰਸੰਟ੍ਰੇਸ਼ਨ ਦੇ ਉੱਤੇ ਹੀ ਡਿਪੈਂਡ ਕਰਦਾ ਹੈ। According to Knight, the chosen function of consciousness according to attention. ਨਾਈਟ ਦੇ ਅਨੁਸਾਰ ਧਿਆਨ ਨੂੰ ਚੇਤਨਾ ਦਾ ਚੁਣਿਆ ਹੋਇਆ ਕੰਮ ਮੰਨਦੇ ਹਨ। ਸੋ ਧਿਆਨ ਕੀ ਹੈ? ਜਿਹੜਾ ਸਾਡੀ ਸੈਲਫ ਕੌਨਸ਼ੀਅਸ ਜਿਸ ਕੰਮ ਕਰਨ ਨੂੰ ਤਿਆਰ ਹੋ ਜਾਂਦੀ ਹੈ, ਧਿਆਨ ਅਸੀਂ ਉੱਥੇ ਹੀ ਲਗਾਉਂਦੇ ਹਾਂ। ਸੋ ਨਾਈਟ ਦੇ ਅਨੁਸਾਰ ਧਿਆਨ ਉਹੀ ਪ੍ਰਕਿਰਿਆ ਹੈ ਜਿਹਦੇ ਵਿੱਚ ਸੈਲਫ ਕੌਨਸ਼ੀਅਸਨੈਸ ਜਿਹੜੀ ਹੁੰਦੀ ਹੈ, ਸਾਡਾ ਜਿਹੜਾ ਆਤਮ ਜਿਹੜੀ ਸਾਡੇ ਅੰਦਰ ਬਲ ਹੁੰਦਾ ਹੈ, ਉਹ ਇੱਕ ਚੀਜ਼ ਖਾਸ ਨੂੰ ਜੋ ਸਮਝਣ ਲਈ ਇਕਾਗਰਚਿਤ ਹੁੰਦਾ ਹੈ, ਉਹਨੂੰ ਅਸੀਂ ਧਿਆਨ ਕਿਹਾ ਜਾਂਦਾ ਹੈ।
ਸੋ ਕੁਝ ਕਰੈਕਟਰਿਸਟਿਕਸ ਨੇ, ਵਿਸ਼ੇਸ਼ਤਾਵਾਂ ਨੇ। ਧਿਆਨ ਨੂੰ ਸਮਝਣ ਲਈ ਸਾਨੂੰ ਵਿਸ਼ੇਸ਼ਤਾਵਾਂ ਦੇ ਬਾਰੇ ਪੂਰੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਸੋ ਪਹਿਲੀ ਵਿਸ਼ੇਸ਼ਤਾ ਹੈ ਸਿਲੈਕਟਿਵ। Attention is selective. We do not pay close attention to everything. We focus only on a select few. ਧਿਆਨ ਚੋਣਵਾ ਹੁੰਦਾ ਹੈ। ਅਸੀਂ ਹਰ ਗੱਲ, ਹਰ ਚੀਜ਼ ਵੱਲ ਚੰਗੀ ਤਰ੍ਹਾਂ ਧਿਆਨ ਨਹੀਂ ਦੇ ਦਿੰਦੇ। ਅਸੀਂ ਕੁਝ ਚੋਣਵੀਆਂ ਗੱਲਾਂ ਵੱਲ ਹੀ ਧਿਆਨ ਦਿੰਦੇ ਹਾਂ। ਮਤਲਬ ਸਿਲੈਕਟਿਵ ਹੁੰਦਾ ਹੈ ਧਿਆਨ। ਜਿਸ ਤਰ੍ਹਾਂ ਹੁਣ 4-5 ਚੀਜ਼ਾਂ ਸਾਡੀਆਂ ਇਕੱਠੀਆਂ ਪਈਆਂ, ਕੋਈ ਚੂੜੀਆਂ ਪਈਆਂ ਜਾਂ ਕਲਰਸ ਪਏ ਨੇ ਜਾਂ ਕੋਈ ਹੋਰ ਆਈਟਮ ਇਹੋ ਜਿਹੀ ਪਈ ਹੈ, ਉਹਨਾਂ ਵਿੱਚੋਂ ਜੇ ਕਿਸੇ ਬੱਚੇ ਨੇ ਚੂਜ਼ ਕਰਨੀ ਹੋਏ ਤੇ ਉਹਦਾ ਧਿਆਨ ਕਲਰਸ ਦੇ ਵਿੱਚ ਪਏਗਾ, ਰੰਗਾਂ ਨੂੰ ਚਲਾਉਣ ਵਾਲੀਆਂ ਜਿਹੜੀਆਂ ਪੈਨਸਲਾਂ ਉੱਤੇ ਪਏਗਾ। ਸੋ ਧਿਆਨ ਜਿਹੜਾ ਵੈ ਆਪਣੇ ਅਕੋਰਡਿੰਗਲੀ ਨਿਰਭਰ ਕਰਦਾ ਹੈ। ਬੱਚੇ ਦਾ ਧਿਆਨ ਜਿਹੜਾ ਵੈ ਉਹ ਰੰਗਾਂ ਤੇ ਪਏਗਾ ਤੇ ਉਹ ਰੰਗਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰੇਗਾ। ਸੋ ਸਾਰੇ ਚੀਜ਼ਾਂ ਦੇ ਉੱਤੇ ਅਸੀਂ ਇਕੱਠਾ ਹਰ ਇੱਕ ਚੀਜ਼ ਤੇ ਧਿਆਨ ਨਹੀਂ ਦੇ ਸਕਦੇ। ਕੁਝ ਚੀਜ਼ਾਂ ਦੇ ਵਿੱਚੋਂ ਕਿਸੇ ਇੱਕ ਚੀਜ਼ ਦੇ ਉੱਤੇ ਅਸੀਂ ਧਿਆਨ ਦੇ ਸਕਦੇ ਹਾਂ। Change. Attention changes very quickly, therefore it is not centered in one. It changes from one place to another very quickly. ਸੋ ਧਿਆਨ ਦਾ ਜਿਹੜੀ ਤਬਦੀਲੀ ਹੈ, ਧਿਆਨ ਦਾ ਬਹੁਤ ਜਲਦੀ ਹੀ ਪਰਿਵਰਤਨ ਹੁੰਦਾ ਰਹਿੰਦਾ ਹੈ। ਇਸ ਲਈ ਇੱਕ ਜਗ੍ਹਾ ਇਹ ਕੇਂਦਰਿਤ ਨਹੀਂ ਹੁੰਦਾ। ਇਹ ਇੱਕ ਥਾਂ ਤੋਂ ਦੂਜੀ ਥਾਂ ਬਹੁਤ ਜਲਦੀ ਹੀ ਪਰਿਵਰਤਨ ਹੁੰਦਾ ਰਹਿੰਦਾ ਹੈ। ਸੋ ਇਹਦਾ ਜਿਹੜਾ ਧਿਆਨ ਹੈ ਇੱਕ ਜਗ੍ਹਾ ਤੇ ਅਸੀਂ ਨਹੀਂ ਟਿਕਾ ਕੇ ਰੱਖ ਸਕਦੇ। ਕਦੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਿਹੜਾ ਵੈ ਉਹ ਚੱਲਦਾ ਰਹਿੰਦਾ ਹੈ। If we keep our eyes on one place, then it will be possible for us to move forward. ਜੇ ਅਸੀਂ ਆਪਣੀ ਨਜ਼ਰ ਇੱਕ ਥਾਂ ਤੇ ਹੀ ਰੱਖੀਏ ਤਾਂ ਸਾਨੂੰ ਅੱਗੇ ਵਧਣਾ ਅਸੰਭਵ ਹੋ ਜਾਵੇਗਾ। So the substance of our attention is always changing. ਸਾਡੇ ਧਿਆਨ ਦਾ ਜਿਹੜਾ ਮੇਨ ਪਦਾਰਥ ਹੁੰਦਾ ਹੈ ਜਾਂ ਮੇਨ ਜਿਹੜਾ ਸਾਡਾ ਆਬਜੈਕਟ ਜਾਂ ਸਬਜੈਕਟ ਹੁੰਦਾ ਹੈ ਉਹ ਹਮੇਸ਼ਾ ਜਿਹੜਾ ਵਾ ਬਦਲਦਾ ਰਹਿੰਦਾ ਹੈ। ਲਿਮਿਟਡ ਫੀਲਡ। ਦ ਲਿਮਿਟਡ ਫੀਲਡ ਜਿਹੜੀ ਹੈ ਉਹਦਾ ਖੇਤਰ ਜਿਹੜਾ ਹੈ ਧਿਆਨ ਦਾ ਲਿਮਿਟਡ ਹੁੰਦਾ ਹੈ। ਦ ਫੀਲਡ ਆਫ ਦ ਫੋਕਸ ਇਜ਼ ਲਿਮਿਟਡ ਐਂਡ ਸਮਾਲ। ਧਿਆਨ ਦਾ ਖੇਤਰ ਸੀਮਿਤ ਹੁੰਦਾ ਹੈ ਤੇ ਬਹੁਤ ਛੋਟਾ ਹੁੰਦਾ ਹੈ। We look at one thing at a time and concentrate. ਅਸੀਂ ਇੱਕ ਸਮੇਂ ਇੱਕ ਹੀ ਚੀਜ਼ ਨੂੰ ਦੇਖਦੇ ਹਾਂ ਤੇ ਆਪਣਾ ਧਿਆਨ ਉਸ ਦੇ ਨਾਲ ਜੋੜਦੇ ਹਾਂ। Attention time is very short. Attention ਧਿਆਨ ਦਾ ਜਿਹੜਾ ਸਮਾਂ ਬਹੁਤ ਹੀ ਘੱਟ ਹੁੰਦਾ ਹੈ। We quickly turn our eyes from one thing to another. ਅਸੀਂ ਜਲਦੀ ਹੀ ਆਪਣਾ ਧਿਆਨ ਇੱਕ ਚੀਜ਼ ਤੋਂ ਦੂਜੀ ਚੀਜ਼ ਵੱਲ ਮੋੜ ਦਿੰਦੇ ਹਾਂ। ਸੋ ਧਿਆਨ ਜਿਹੜਾ ਹੈ ਉਹਦਾ ਜਿਹੜਾ ਫੀਲਡ ਹੈ, ਉਹਦਾ ਜਿਹੜਾ ਖੇਤਰ ਹੈ ਬਹੁਤ ਹੀ ਲਿਮਿਟਡ ਹੁੰਦਾ ਹੈ। ਪਰਪਸ। ਹੁਣ ਇੱਕ ਜਿਹੜੀ ਅਗਲੀ ਵਿਸ਼ੇਸ਼ਤਾ ਹੈ ਧਿਆਨ ਦੀ ਕੀ ਹੈ, ਉਹਦਾ ਪਰਪਸ ਦਾ ਮੰਤਵ ਕੀ ਹੈ ਧਿਆਨ ਦਾ। Attention is motivated by purpose. ਧਿਆਨ ਕਿਸੇ ਵੀ ਮੰਤਵ ਵੱਲੋਂ ਪ੍ਰੇਰਿਤ ਹੁੰਦਾ ਹੈ। The purpose is related to something or action that we focus on. ਜਿਹੜਾ ਧਿਆਨ ਹੈ ਇਹ ਮੰਤਵ ਕਿਸੇ ਵੀ ਚੀਜ਼ ਦਾ ਕਿਰਿਆ ਨਾਲ ਜੁੜਿਆ ਹੁੰਦਾ ਹੈ, ਕਿਸੇ ਕੰਮ ਦੇ ਨਾਲ ਜੁੜਿਆ ਹੁੰਦਾ ਹੈ ਜਿਸ ਨੂੰ ਅਸੀਂ ਧਿਆਨ ਦਿੰਦੇ ਹਾਂ। ਕੋਈ ਵੀ ਕੰਮ ਜਿਸ ਵੱਲ ਅਸੀਂ ਕੰਸੈਂਟਰੇਟ ਕਰਨਾ ਹੈ, ਪਰਪਸ ਹੈ ਸਾਡਾ, ਉਸੇ ਵੱਲ ਹੀ ਅਸੀਂ ਫੋਕਸ ਕਰਨੇ ਆ, ਧਿਆਨ ਦਿੰਦੇ ਹਾਂ। Our goal is to focus our attention on something. ਸਾਡਾ ਮੰਤਵ ਕਿਸੇ ਚੀਜ਼ ਵੱਲ ਆਪਣਾ ਧਿਆਨ ਇਕਾਗਰ ਕਰਕੇ ਰੱਖਣਾ ਹੁੰਦਾ ਹੈ। ਸੋ ਮੇਨ ਪਰਪਸ ਸਾਡਾ ਜਿਹੜਾ ਹੁੰਦਾ ਹੈ, ਅਟੈਂਸ਼ਨ ਜਿਹੜੀ ਹੈ ਉਹਦਾ ਮੇਨ ਪਰਪਸ ਇਹੋ ਹੀ ਹੁੰਦਾ ਹੈ ਕਿਸੇ ਖਾਸ ਚੀਜ਼ ਵੱਲ ਧਿਆਨ ਕੇਂਦਰਿਤ ਕਰਕੇ ਰੱਖਣਾ। ਐਕਸਾਈਟਿੰਗ ਕੀ ਹੈ, ਜਿਹੜੀ ਸਾਨੂੰ ਉਤੇਜਕਤਾ ਪ੍ਰਾਪਤ ਹੁੰਦੀ ਹੈ ਜਿਹੜੀ। when we see something new, ਜਦੋਂ ਅਸੀਂ ਕੁਝ ਨਵਾਂ ਦੇਖਦੇ ਹਾਂ, our attention is quickly drawn to that person. ਸਾਡਾ ਧਿਆਨ ਉਸ ਆਦਮੀ ਵੱਲ ਜਾਂ ਉਸ ਸ਼ਖਸ ਵੱਲ ਉਸੇ ਵੇਲੇ ਪੈ ਜਾਂਦਾ ਹੈ ਜੇ ਅਸੀਂ ਉਹਦੇ ਵਿੱਚ ਕੁਝ ਨਵਾਂ ਦੇਖਦੇ ਹਾਂ। we become curious to know that thing. ਜੇ ਉਹਨੇ ਕੋਈ ਸ਼ਰਟ ਪਾਈ ਹੈ ਜਾਂ ਕੋਈ ਉਹਨੇ ਇਹੋ ਜਿਹੀ ਡਿਜ਼ਾਈਨਿੰਗ ਵਾਲਾ ਕੋਈ ਗਾਰਮੈਂਟ ਪਾਇਆ ਹੋਇਆ, ਅਸੀਂ ਉਸੇ ਵੱਲ ਉਹਨੂੰ ਛੇਤੀ ਤੋਂ ਛੇਤੀ ਦੇਖਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਗਾਰਮੈਂਟ, ਜੇ ਅਸੀਂ ਸਟਿਚਿੰਗ ਦੇ ਸਟੂਡੈਂਟਸ ਹਾਂ, ਸਟਿਚਿੰਗ ਕਰਨ ਵਾਲੇ ਸਟੂਡੈਂਟਸ ਆ, ਤੇ ਸਾਡਾ ਸਭ ਤੋਂ ਪਹਿਲਾਂ ਹੁੰਦਾ ਹੈ ਕਿ ਅਸੀਂ ਦੇਖ ਕੇ ਜੱਜ ਕਰਦੇ ਹਾਂ ਕਿ ਇਹ ਕਿਸ ਤਰ੍ਹਾਂ ਸੂਟ ਸੀਤਾ ਗਿਆ ਹੋਏਗਾ ਜਾਂ ਕਿਸ ਤਰ੍ਹਾਂ ਡਿਜ਼ਾਈਨ ਬਣਿਆ ਹੋਏਗਾ। ਸ਼ੋ ਐਂਥੂਸੀਆਜ਼ਮ ਟੂ ਨੋ ਇਟਸ ਕੁਆਲਿਟੀ। ਤੇ ਸਾਡੇ ਅੰਦਰ ਕਿੰਨਾ ਉਹਦੇ ਵਿੱਚ ਉਹਨੂੰ ਜਾਣਨ ਦੀ ਇੱਛਾ ਹੈ, ਉਹ ਸਾਨੂੰ ਸ਼ੋ ਕਰਦੀ ਹੈ ਸਾਡੇ ਅੰਦਰ ਕੀ ਇੱਛਾ ਹੈ, ਉਹਦੀ ਕੁਆਲਿਟੀ ਜਿਹੜੀ ਹੈ ਸਾਡੀ ਜਿਹੜੀ ਸ਼ੋ ਕਰਦੀ ਹੈ ਉਹਨੂੰ ਸਮਝਣ ਵਾਸਤੇ। ਸੋ ਐਕਸਾਈਟਮੈਂਟ ਵੀ ਜਿਹੜੀ ਹੈ ਇੱਕ ਧਿਆਨ ਨੂੰ ਬਣਾਏ ਰੱਖਣ ਵਾਸਤੇ ਬਹੁਤ ਹੀ ਜ਼ਰੂਰੀ ਹੁੰਦੀ ਹੈ। डायनेमिक। अगला जिहड़ा विशेषता है वो है डायनेमिक।
Dynamic, gatyatmak. When we pay attention to something, our body begins to adjust automatically. ਜਦੋਂ ਅਸੀਂ ਵੀ ਕਿਸੇ ਵੀ ਚੀਜ਼ ਦੇ ਉੱਤੇ ਧਿਆਨ ਦਿੰਦੇ ਹਾਂ, ਕਿਸੇ ਵੀ ਚੀਜ਼ ਦੇ ਉੱਤੇ, ਤੇ ਸਾਡਾ ਜਿਹੜਾ ਬੋਡੀ ਹੈ ਉਹਦੇ ਅਕੋਰਡਿੰਗਲੀ ਆਟੋਮੈਟਿਕਲੀ ਹੀ ਐਡਜਸਟ ਕਰਨੀ ਸ਼ੁਰੂ ਹੋ ਜਾਂਦੀ ਹੈ ਕਿ ਉਹ ਕੀ ਹੈ, ਉਹਦੇ ਬਾਰੇ ਕੀ ਨੌਲੇਜ ਮਿਲ ਰਹੀ ਹੈ, ਉਹਨੂੰ ਗ੍ਰਾਸਪ ਕਰਨਾ, ਉਹਨੂੰ ਆਪਣੇ ਅੰਦਰ ਲੈਣਾ ਸ਼ੁਰੂ ਕਰ ਦਿੰਦੀ ਹੈ. When we look at something carefully, our attention is completely focused on that thing. ਜਦੋਂ ਅਸੀਂ ਚੀਜ਼ ਵੱਲ ਬਹੁਤ ਧਿਆਨ ਨਾਲ ਦੇਖਦੇ ਹਾਂ, ਬਹੁਤ ਹੀ ਧਿਆਨ ਨਾਲ ਇਕਾਗਰਚਿਤ ਹੋ ਕੇ ਵੇਖਦੇ ਹਾਂ, ਤੇ ਸਾਡੀ ਜਿਹੜੀ ਅਟੈਂਸ਼ਨ ਹੈ ਉਹ ਉਸ ਚੀਜ਼ ਵੱਲ ਜਿਹੜੀ ਹੈ ਕੇਂਦਰਿਤ ਹੋ ਜਾਂਦੀ ਹੈ, ਫੋਕਸ ਹੋ ਜਾਂਦੀ ਹੈ. ਸਾਡਾ ਸਾਰਾ ਜਿਹੜੀ ਅਟੈਂਸ਼ਨ, ਸਾਡਾ ਧਿਆਨ ਉਸੇ ਚੀਜ਼ ਨੂੰ ਜਾਣਨ ਵੱਲ ਲੱਗ ਜਾਂਦਾ ਹੈ. Our body is in a certain direction. It says that it stays the same for a while. ਸਾਡੀ ਜਿਹੜੀ ਬੋਡੀ ਹੁੰਦੀ ਹੈ ਉਹ ਸਰਟਨ ਡਾਇਰੈਕਸ਼ਨ ਤੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ, ਭਾਵੇਂ ਉੱਥੇ ਉਸ ਜਗ੍ਹਾ ਤੱਕ ਉਹ ਥੋੜੀ ਦੇਰ ਵਾਸਤੇ ਧਿਆਨ ਦੇ ਨਾਲ ਇਕਾਗਰਚਿਤ ਹੋ ਜਾਂਦੀ ਹੈ. ਇਨ ਦਿਸ ਵੇ ਦਾ ਬੋਡੀ ਐਡਜਸਟ ਆਟੋਮੈਟਿਕਲੀ ਵਿਦ ਦਾ ਅਟੈਂਸ਼ਨ. ਐਸੇ ਤਰ੍ਹਾਂ ਬੋਡੀ ਜਿਹੜੀ ਹੈ ਸਾਡੀ ਅਟੈਂਸ਼ਨ, ਧਿਆਨ ਦੇ ਨਾਲ ਆਪਣੇ ਆਪ ਹੀ ਆਟੋਮੈਟਿਕਲੀ ਉਹਦੇ ਨਾਲ ਐਡਜਸਟ ਕਰਨਾ ਸ਼ੁਰੂ ਕਰ ਦਿੰਦੀ ਹੈ. ਉਸ ਤੋਂ ਬਾਅਦ ਅੱਗੇ ਹੈ ਨੋਇੰਗ. ਨੋਇੰਗ ਕੀ ਹੁੰਦੀ ਹੈ? ਨੋਇੰਗ ਕਿਸੇ ਬਾਰੇ ਜਾਣਨਾ, knowing ਹੁੰਦੀ ਹੈ ਜਾਣਨਾ. knowing ਦੇ ਵਿੱਚ ਕੀ ਹੈ? we want to know what we are focusing on. ਅਸੀਂ ਜਿਸ ਵੱਲ ਆਪਣਾ ਧਿਆਨ ਕੇਂਦਰਿਤ ਕਰਦੇ ਹਾਂ, ਸਾਨੂੰ ਉਸ ਚੀਜ਼ ਨੂੰ ਜਾਣਨ ਦੀ ਇੱਛਾ ਹੁੰਦੀ ਹੈ. attention makes us experience the things we know in our mind. ਧਿਆਨ ਉਹ ਚੀਜ਼ਾਂ ਸਾਡੇ ਮਨ ਵਿੱਚ ਜਾਣਨ ਦਾ ਅਨੁਭਵ ਕਰਾਉਂਦਾ ਹੈ. ਸੋ ਧਿਆਨ ਦਾ ਬਹੁਤ ਵੱਡਾ ਇਫੈਕਟ ਹੁੰਦਾ ਹੈ ਕਿਸੇ ਵੀ ਚੀਜ਼ ਨੂੰ ਜਾਣਨ ਬਾਰੇ. ਸਾਡਾ ਜਿਹੜਾ ਉਤਸ਼ਾਹ ਹੈ ਉਹ ਬਹੁਤ ਹੀ ਜ਼ਰੂਰੀ ਹੈ. ਫੀਲਿੰਗਸ ਐਂਡ ਐਫਰਟਸ. ਫੀਲਿੰਗ ਐਂਡ ਐਫਰਟ, ਮਹਿਸੂਸ ਕਰਨਾ ਤੇ ਉਹਦੇ ਵਾਸਤੇ ਯਤਨ ਕਰਨਾ. when we do the same thing for a long time, ਜਦੋਂ ਅਸੀਂ ਇੱਕ ਹੀ ਕੰਮ ਨੂੰ ਕਿੰਨੀ ਦੇਰ ਤੱਕ ਕਰਦੇ ਰਹਾਂਗੇ, our attention refuses to do that work and our mind stops working. ਜਦੋਂ ਅਸੀਂ ਕਿਸੇ ਚੀਜ਼ ਨੂੰ, ਕੰਮ ਨੂੰ ਕਿੰਨੀ ਦੇਰ ਤੱਕ ਕਰਦੇ ਰਹਾਂਗੇ ਤਾਂ ਸਾਡਾ ਧਿਆਨ ਉਸ ਕੰਮ ਨੂੰ ਕਰਨ ਤੇ ਇਨਕਾਰ ਕਰ ਦਿੰਦਾ ਹੈ ਤੇ ਸਾਡਾ ਮਨ ਕੰਮ ਕਰਨ ਤੋਂ ਹਟ ਜਾਂਦਾ ਹੈ. ਸੋ ਜ਼ਿਆਦਾ ਦੇਰ ਤੱਕ ਵੀ ਕਰਨ ਵਾਲਾ ਕੰਮ ਹੈ ਉਹ ਸਾਡੇ ਧਿਆਨ ਨੂੰ ਭਟਕਾ ਦਿੰਦਾ ਹੈ. When we feel tired because of the work, we do not try to do that work and give up. ਜਦੋਂ ਅਸੀਂ ਕੰਮ ਨੂੰ ਕਰਕੇ ਥਕਾਵਟ ਮਹਿਸੂਸ ਕਰਦੇ ਹਾਂ ਤਾਂ ਅਸੀਂ ਉਸ ਕੰਮ ਨੂੰ ਕਰਨ ਦਾ ਯਤਨ ਨਹੀਂ ਕਰਦੇ ਤੇ ਛੱਡ ਦਿੰਦੇ ਹਾਂ. ਸੋ ਸਾਡੀ ਜਿਹੜੀ ਫੀਲਿੰਗਸ ਹੈ, ਸਾਡੇ ਅੰਦਰ ਜਿਹੜੀਆਂ ਫੀਲਿੰਗਸ ਆ ਰਹੀਆਂ ਜਾਂ ਜਿਹੜੇ ਅਸੀਂ ਐਫਰਟਸ ਅਸੀਂ ਬਹੁਤ ਜ਼ਿਆਦਾ ਕਰਨ ਲੱਗ ਪੈਂਦੇ ਹਾਂ ਕਿਸੇ ਇੱਕ ਕੰਮ ਬਾਰੇ, ਇੱਕ ਕੰਮ ਵਾਸਤੇ, ਤੇ ਸਾਡਾ ਧਿਆਨ ਜਿਹੜਾ ਵਾ ਆਪਣੇ ਆਪ ਹੀ ਉਹਦੇ ਤੋਂ ਹਟਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਅਸੀਂ ਉਹ ਇੱਕੋ ਕੰਮ ਨੂੰ ਬਾਰ-ਬਾਰ ਕਰਕੇ ਥੱਕ ਜਾਂਦੇ ਹਾਂ. ਰਿਸਰਚ. ਧਿਆਨ ਜਿਹੜਾ ਰਿਸਰਚ ਵਾਲਾ ਹੁੰਦਾ ਹੈ, ਖੋਜੀ, ਇੱਕ ਆਈਡੀਆ ਇੱਕ ਉਹਦਾ ਖੋਜੀ ਹੁੰਦਾ ਹੈ. ਦ ਰਿਸਰਚਰ ਇਜ਼ ਆਫ ਦਾ ਰਿਸਰਚ ਟਾਈਪ. ਧਿਆਨ ਜਿਹੜਾ ਹੁੰਦਾ ਹੈ ਉਹਦੇ ਬਾਰੇ ਕੀ ਅਸੀਂ ਕਹਿ ਸਕਦੇ ਹਾਂ ਕਿ ਰਿਸਰਚਰ ਹੈ, ਧਿਆਨ ਖੋਜੀ ਕਿਸਮ ਦਾ ਹੁੰਦਾ ਹੈ. when he sees something new, ਜਦੋਂ ਕੁਝ ਨਵਾਂ ਦੇਖਦਾ ਹੈ ਤਾਂ ਉਸ ਚੀਜ਼ ਨੂੰ ਜਾਣਨ ਦੀ ਖੋਜ ਕਰਨ ਲੱਗ ਜਾਂਦਾ ਹੈ. so he starts searching for the knowledge. ਤਾਂ ਨੌਲੇਜ ਬਾਰੇ, ਉਹਦੀ ਨੌਲੇਜ ਉਦੋਂ ਕਿੱਦਾਂ ਬਣਿਆ, ਕਿਸ ਤਰ੍ਹਾਂ ਆਇਆ, ਉਹਦੇ ਬਾਰੇ ਜਾਣਕਾਰੀ ਲੈਣ ਬਾਰੇ ਉਹਦਾ ਖੋਜ ਉਹਦੇ ਅੰਦਰ ਚੱਲਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਇੱਕ ਚੀਜ਼ ਵੱਲ ਅਸੀਂ ਧਿਆਨ ਦਿੰਦੇ ਹਾਂ. And doing research brings innovation in mind, and innovation attracts attention. ਜਦੋਂ ਅਸੀਂ ਖੋਜ ਕਰਨ ਲੱਗ ਜਾਂਦੇ ਹਾਂ ਤੇ ਖੋਜ ਕਰਨ ਨਾਲ ਧਿਆਨ ਵਿੱਚ ਨਵੀਨਤਾ ਆਉਂਦੀ ਹੈ ਤੇ ਨਵੀਨਤਾ ਦਾ ਅਸਰ ਕੀ ਹੁੰਦਾ ਵੈ ਕਿ ਸਾਡਾ ਜਿਹੜਾ ਅਸੀਂ ਧਿਆਨ ਜਿਹੜਾ ਵਾ ਸਾਡਾ ਆਕਰਸ਼ਿਤ ਹੋਣਾ ਸ਼ੁਰੂ ਹੋ ਜਾਂਦਾ ਹੈ, ਉਸ ਖਾਸ ਕੰਮ ਵੱਲ ਅਸੀਂ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੰਦੇ ਹਾਂ. ਅਸੈਂਸ਼ੀਅਲ ਐਲੀਮੈਂਟਸ. ਅਸੈਂਸ਼ੀਅਲ ਐਲੀਮੈਂਟਸ ਕਿਹੜੇ ਨੇ? ਇਹਦੇ ਵਿੱਚ ਜ਼ਰੂਰੀ ਜਿਹੜੇ ਤੱਤ ਕਿਹੜੇ ਨੇ ਜਿਹੜੇ ਧਿਆਨ ਦੀ ਵਿਸ਼ੇਸ਼ਤਾ ਨੂੰ ਪ੍ਰਗਟ ਕਰਦੇ ਨੇ? Essential attention is what creates the desire to know things. Essential ਧਿਆਨ ਹੀ ਚੀਜ਼ਾਂ ਨੂੰ ਜਾਣਨ ਦੀ ਇੱਛਾ ਪੈਦਾ ਕਰਦਾ ਹੈ. And attention is what arouses curiosity. ਧਿਆਨ ਦੀ ਉਤਸੁਕਤਾ ਜਗਾਉਂਦਾ ਹੈ. So only if we know something new can we get to know it. ਜੇ ਅਸੀਂ ਨਵੀਂ ਚੀਜ਼ ਨੂੰ ਜਾਣਾਂਗੇ ਤਾਂ ਹੀ ਉਸਦੀ ਜਾਣਕਾਰੀ ਪ੍ਰਾਪਤ ਕਰ ਸਕਾਂਗੇ. So
we have to focus on anything, ਇਸ ਲਈ ਸਾਨੂੰ ਆਪਣਾ ਧਿਆਨ ਕਿਸੇ ਵੀ ਚੀਜ਼ ਵੱਲ ਕੇਂਦਰਿਤ ਕਰਨਾ ਪੈਂਦਾ ਹੈ। ਸੋ ਇਹ ਵੀ ਇੱਕ ਐਸੈਂਸ਼ੀਅਲ ਐਲੀਮੈਂਟ ਹੈ ਜਿਹੜਾ ਕਿ ਧਿਆਨ ਦੀ ਵਿਸ਼ੇਸ਼ਤਾ ਹੈ, ਸੋ ਜਿਸ ਨਾਲ ਅਸੀਂ ਧਿਆਨ ਦੀਆਂ ਵਿਸ਼ੇਸ਼ਤਾਵਾਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਟਾਈਪਸ ਆਫ ਅਟੈਂਸ਼ਨ, ਹੁਣ ਅਸੀਂ ਪੜਾਂਗੇ ਕਿ ਅਟੈਂਸ਼ਨ ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਕਿਹੜੀ ਹੁੰਦੀ ਹੈ, ਧਿਆਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਤੇ ਕਿਹੜਾ ਹੁੰਦਾ ਹੈ। ਸਭ ਤੋਂ ਪਹਿਲੀ ਜਿਹੜੇ ਹੈ ਨੈਚੁਰਲ ਅਟੈਂਸ਼ਨ ਹੈ। ਨੈਚੁਰਲ ਅਟੈਂਸ਼ਨ ਕੁਦਰਤੀ ਅਟੈਂਸ਼ਨ ਹੁੰਦੀ ਹੈ। ਇਟ ਡਿਪੈਂਡਸ ਔਨ ਆਵਰ ਨੈਚੁਰਲ ਇੰਟਰਸਟ ਐਂਡ ਇਨਸਟਿੰਕਟਸ। ਧਿਆਨ ਸਾਡੀਆਂ ਕੁਦਰਤੀ ਰੁਚੀਆਂ ਦੇ ਕੁਦਰਤੀ ਸੂਝ ਦੇ ਨਿਰਭਰ ਕਰਦਾ ਹੈ। when the baby forgets hunger and thirst and becomes engrossed in playing, then according to the natural instinct, when the baby starts crying, the mother comes to see him. ਜਦੋਂ ਬੱਚਾ ਭੁੱਖ ਪਿਆਸ ਭੁੱਲ ਕੇ ਖੇਡਣ ਵਿੱਚ ਮਸਤ ਹੋ ਜਾਂਦਾ ਹੈ ਤਾਂ ਕੁਦਰਤੀ ਸੂਝ ਅਨੁਸਾਰ ਬੱਚਾ ਜਦੋਂ ਰੋਣ ਲੱਗਦਾ ਹੈ ਤਾਂ ਮਾਂ ਉਸ ਨੂੰ ਦੇਖਣ ਲਈ ਆਉਂਦੀ ਹੈ। ਸੋ ਇੱਕ ਨੈਚੁਰਲ ਜਿਹੜਾ ਵੈ ਅਟੈਂਸ਼ਨ ਹੁੰਦੀ, ਨੈਚੁਰਲ ਧਿਆਨ ਹੁੰਦਾ ਵੈ। Her attention is focused on the sound of the baby crying. ਉਸ ਦਾ ਧਿਆਨ ਬੱਚੇ ਦੇ ਰੋਣ ਦੀ ਆਵਾਜ਼ ਨਾਲ ਕੇਂਦਰਿਤ ਹੁੰਦਾ ਹੈ ਤੇ it has happened because of every natural instinct. ਇਹ ਇਸ ਲਈ ਹੁੰਦਾ ਹੈ ਕਿ ਕੁਦਰਤੀ ਸੂਝ ਦੇ ਕਾਰਨ ਇਸ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਕੁਦਰਤੀ ਸੂਝ ਕੁਦਰਤੀ ਧਿਆਨ ਹੁੰਦਾ ਹੈ ਕਿ ਬੱਚੇ ਵੱਲ ਮਾਂ ਦਾ ਕੁਦਰਤੀ ਧਿਆਨ ਹੁੰਦਾ ਹੈ। ਸੋ ਇਸ ਕਰਕੇ ਇਹਨੂੰ ਕੁਦਰਤੀ ਧਿਆਨ ਵੀ ਕਿਹਾ ਜਾਂਦਾ ਹੈ ਤੇ ਇਹ ਵੀ ਧਿਆਨ ਦੀ ਇੱਕ ਕਿਸਮ ਹੈ। Forced attention, forced attention ਹੁੰਦੀ ਹੈ ਜ਼ਬਰਦਸਤੀ ਦਿੱਤਾ ਗਿਆ ਧਿਆਨ। When we hear an uncomfortable voice, our attention is drawn to it. ਜਦੋਂ ਅਸੀਂ ਕਿਸੇ ਅਣਸੁਖਾਵੀ ਆਵਾਜ਼ ਨੂੰ ਸੁਣਦੇ ਹਾਂ ਤਾਂ ਸਾਡਾ ਧਿਆਨ ਉਸ ਵੱਲ ਚਲਾ ਜਾਂਦਾ ਹੈ। ਜਿਸ ਤਰ੍ਹਾਂ ਕਿਸੇ ਦੀ ਚੀਖ ਹੋ ਗਈ ਜਾਂ ਕੋਈ ਇੱਕਦਮ ਹੱਸਣਾ ਸ਼ੁਰੂ ਜ਼ੋਰ ਦੀ ਹੋ ਗਿਆ। Fear gains attracts our attention even if we try to stop it. ਦੁਬਾਰਾ ਕੋਈ ਵੀ ਡਰ ਸਾਡੇ ਧਿਆਨ ਨੂੰ ਖਿੱਚ ਲੈਂਦਾ ਹੈ, ਚਾਹੇ ਇਸ ਨੂੰ ਅਸੀਂ ਰੋਕਣ ਦਾ ਯਤਨ ਕਰੀਏ ਤਦ ਵੀ ਅਸੀਂ ਜਿਹੜਾ ਵੈ ਉਹ ਇੱਕਦਮ ਜਿਹੜਾ ਅਟੈਂਸ਼ਨ ਜਿਹੜੀ ਸਾਡੀ ਡਾਇਵਰਟ ਹੋ ਜਾਂਦੀ ਹੈ ਤੇ ਅਸੀਂ ਉਸ ਚੀਜ਼ ਵੱਲ ਆਪਣਾ ਧਿਆਨ ਕੇਂਦਰਿਤ ਕਰ ਦਿੰਦੇ ਹਾਂ। This is the result of forced attention. ਇਸ ਜ਼ਬਰਦਸਤੀ ਦਿੱਤੇ ਗਏ ਧਿਆਨ ਦਾ ਨਤੀਜਾ ਹੁੰਦਾ ਹੈ। One has to pay attention to anything against one's will in a forced statement. ਜ਼ਬਰਦਸਤੀ ਦਿੱਤੇ ਗਏ ਧਿਆਨ ਵਿੱਚ ਸਾਨੂੰ ਆਪਣੀ ਇੱਛਾ ਦੇ ਵਿਰੁੱਧ ਕਿਸੇ ਦੀ ਗੱਲ ਵੱਲ ਧਿਆਨ ਦੇਣਾ ਪੈਂਦਾ ਹੈ। ਸੋ ਫੋਰਸ ਅਟੈਂਸ਼ਨ ਵੀ ਇੱਕ ਜਿਹੜੀ ਪਾਰਟ ਹੈ, ਇੱਕ ਟਾਈਪ ਹੈ ਧਿਆਨ ਦਾ। ਵੋਲੰਟਰੀ ਅਟੈਂਸ਼ਨ, ਵੋਲੰਟਰੀ ਅਟੈਂਸ਼ਨ ਜਿਹੜੀ ਹੁੰਦੀ ਹੈ ਸਵੈ ਇੱਛਿਤ ਧਿਆਨ। ਸਵੈ ਇੱਛਿਤ ਮਤਲਬ ਜਿਹਦੇ ਵਿੱਚ ਸਾਡੀ ਆਪਣੀ ਵਿਲ ਆਪਣੀ ਇੱਛਾ ਹੁੰਦੀ ਹੈ, ਉਸ ਚੀਜ਼ਾਂ ਵੱਲ ਅਸੀਂ ਜ਼ਿਆਦਾ ਧਿਆਨ ਕੇਂਦਰਿਤ ਕਰਦੇ ਹਾਂ। Many important things and tasks are accomplished voluntarily. ਬਹੁਤ ਸਾਰੀਆਂ ਮਹੱਤਵਪੂਰਨ ਚੀਜ਼ਾਂ ਤੇ ਕੰਮ ਸਵੈ ਇੱਛਿਤ ਧਿਆਨ ਨਾਲ ਪੂਰੇ ਕੀਤੇ ਜਾਂਦੇ ਹਨ। Sometimes we are not willing to solve difficult problems, but still we want to. ਅਸੀਂ ਕਈ ਵਾਰ ਔਖੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਇੱਛੁਕ ਨਹੀਂ ਹੁੰਦੇ ਪਰ ਫਿਰ ਵੀ ਕਰਨਾ ਚਾਹੁੰਦੇ ਹਾਂ। So we try to do the work we need to do. So ਅਸੀਂ ਉਸ ਕੰਮ ਨੂੰ ਕਰਨ ਦਾ ਯਤਨ ਕਰਦੇ ਹਾਂ ਜਿਸ ਕੰਮ ਨੂੰ ਕਰਨ ਦੀ ਸਾਨੂੰ ਲੋੜ ਹੁੰਦੀ ਹੈ। So it is because of this desire that we are motivated to that work. ਇਸ ਕਰਕੇ ਇਸ desire ਹੈ ਇੱਛਾ ਦੇ ਕਾਰਨ ਅਸੀਂ ਉਸ ਕੰਮ ਨੂੰ ਉਤਸ਼ਾਹ ਦੇ ਨਾਲ ਕਰਦੇ ਹਾਂ। Voluntary efforts alone creates the power to do the work. ਸਵੈ ਇੱਛਿਤ ਕੋਸ਼ਿਸ਼ ਨਾਲ ਕੀਤਾ ਗਿਆ ਕੰਮ ਕਰਨ ਦੀ ਜਿਹੜੀ ਸ਼ਕਤੀ ਸਾਡੇ ਅੰਦਰ ਪੈਦਾ ਹੁੰਦੀ ਹੈ। ਸੋ ਜਿਸ ਵਿੱਚ ਅਸੀਂ ਧਿਆਨ ਆਪਣੀ ਇੱਛਾ ਦੇ ਨਾਲ ਦਿੰਦੇ ਹਾਂ ਉਹਨੂੰ ਵੋਲੰਟਰੀ ਅਟੈਂਸ਼ਨ ਕਿਹਾ ਜਾਂਦਾ ਹੈ, ਸਵੈ ਇੱਛਿਤ ਧਿਆਨ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਪੜਾਂਗੇ ਅਗਲਾ ਜਿਹੜਾ ਟਾਈਪ ਹੈ ਡਾਇਰੈਕਟ ਅਟੈਂਸ਼ਨ ਹੈ। ਡਾਇਰੈਕਟ ਅਟੈਂਸ਼ਨ ਦੇ ਵਿੱਚ when we see things directly and clearly, our attention is drawn to something. Direct attention ਨੂੰ ਸਿੱਧਾ ਧਿਆਨ ਕਿਹਾ ਜਾ ਰਿਹਾ ਹੈ। ਇਹਦੇ ਵਿੱਚ ਜਦੋਂ ਅਸੀਂ ਚੀਜ਼ਾਂ ਨੂੰ ਸਿੱਧੇ ਤੇ ਸਪਸ਼ਟ ਤੌਰ ਤੇ ਵੇਖਦੇ ਹਾਂ ਤੇ ਸਾਡਾ ਧਿਆਨ ਕਿਸੇ ਨਾ ਕਿਸੇ ਚੀਜ਼ ਵੱਲ ਆਕਰਸ਼ਿਤ ਹੋ ਜਾਂਦਾ ਹੈ। ਜਦੋਂ ਅਸੀਂ ਡਾਇਰੈਕਟਲੀ ਦੇਖਦੇ ਹਾਂ, ਜਿਸ ਤਰ੍ਹਾਂ ਕਿਸੇ ਵੇਲੇ ਸਾਨੂੰ ਕੋਈ ਪਿਕਚਰ ਦਿਖਾਈ ਜਾਂਦੀ ਹੈ ਸੂਟ ਦੀ, ਉਹ ਅਸੀਂ ਡਾਇਰੈਕਟਲੀ ਦੇਖ ਰਹੇ ਹਾਂ ਤੇ ਸਾਡਾ ਧਿਆਨ ਡਾਇਰੈਕਟ
ਡਾਇਰੈਕਟਲੀ ਉਹਦੇ ਵਿੱਚ ਚੱਲ ਜਾਏਗਾ। ਜੇ ਅਸੀਂ ਔਰਲੀ ਉਹਦੀ ਡਿਸਕ੍ਰਿਪਸ਼ਨ ਹੋਵਾਂਗੇ ਤੇ ਸਾਡਾ ਧਿਆਨ ਉਹਦੇ ਵੱਲ ਪੂਰੀ ਤਰ੍ਹਾਂ ਨਹੀਂ ਜਾਏਗਾ। ਜਦੋਂ ਅਸੀਂ ਕੋਈ ਪਿਕਚਰ ਦੇਖ ਲਵਾਂਗੇ ਉਸੇ ਡਿਜ਼ਾਈਨ ਦੀ ਤੇ ਸਾਡਾ ਧਿਆਨ ਇੱਕਦਮ ਉਹਦੇ ਵੱਲ ਜਾਏਗਾ। ਵੀ ਫੋਕਸ ਔਨ ਦੈਟ, ਅਸੀਂ ਉਸ ਧਿਆਨ ਵੱਲ ਫੋਕਸ ਉਹਦੇ ਤੇ ਕੇਂਦਰਿਤ ਹੋ ਜਾਾਂਗੇ, ਉਹਨੂੰ ਬਹੁਤ ਧਿਆਨ ਨਾਲ ਦੇਖਾਂਗੇ। ਇਫ ਦੇयर ਇਜ਼ ਸਮਥਿੰਗ ਲਾਈਂਗ ਇਨ ਦ ਕਲਾਸ ਦੈਨ ਵੀ ਆਰ ਅਟਰੈਕਟਡ ਟੁਵਾਰਡਸ ਇਟ। ਜਦੋਂ ਅਸੀਂ ਕੋਈ ਵੀ ਅਲੱਗ ਜੀ ਚੀਜ਼ ਕਲਾਸ ਦੇ ਵਿੱਚ ਦੇਖਦੇ ਹਾਂ ਤੇ ਸਾਡਾ ਧਿਆਨ ਸਭ ਤੋਂ ਪਹਿਲਾਂ ਉਹਦੇ ਤੇ ਜਾਂਦਾ ਹੈ। ਇਹਨੂੰ ਅਸੀਂ ਸਿੱਧੀ ਅਟੈਂਸ਼ਨ, ਸਿੱਧਾ ਧਿਆਨ ਜਾਂ ਡਾਇਰੈਕਟ ਅਟੈਂਸ਼ਨ ਵੀ ਕਹਿੰਦੇ ਆ। ਅਟੈਂਸ਼ਨ ਵਿਦਆਊਟ ਐਫਰਟ, ਅਟੈਂਸ਼ਨ ਵਿਦਆਊਟ ਐਫਰਟ, ਕੋਸ਼ਿਸ਼ ਤੋਂ ਬਿਨਾ ਦਿੱਤਾ ਗਿਆ ਧਿਆਨ। when we focus on an object our mind begins to analyze that object। ਇਸ ਤਰ੍ਹਾਂ ਦਾ ਧਿਆਨ ਅਸਲ ਵਿੱਚ ਕੋਸ਼ਿਸ਼ ਨਾਲ ਲਾਏ ਗਏ ਧਿਆਨ ਦਾ ਹੀ ਨਤੀਜਾ ਹੁੰਦਾ ਹੈ। so any task may seem difficult at the beginning but it is easy to do over and over again। ਇਹ ਕੋਈ ਟਾਸਕ, ਜਿਹੜਾ ਕੋਈ ਵੀ ਕੰਮ ਹੈ, ਬਹੁਤ ਹੀ ਔਖਾ ਹੁੰਦਾ ਹੈ, ਪਰ ਜਦੋਂ ਅਸੀਂ ਉਹਨੂੰ ਬਾਰ-ਬਾਰ ਕਰਦੇ ਹਾਂ ਤੇ ਉਹ ਜਿਹੜਾ ਕੰਮ ਹੈ ਆਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਸਾਡਾ ਧਿਆਨ ਉਹਦੇ ਵਿੱਚ ਬਾਰ-ਬਾਰ ਇਨਵੋਲਵ ਹੁੰਦਾ ਹੈ ਤੇ ਅਸੀਂ ਉਹ ਚੀਜ਼ ਦੇ ਵਿੱਚ ਮਾਹਿਰ ਹੋ ਜਾਂਦੇ ਹਾਂ। Without voluntary effort, attention occurs due to changes in temperament or habits or emotions। ਵਿਦਾਊਟ ਮਤਲਬ ਜਿਹੜਾ ਧਿਆਨ ਹੁੰਦਾ ਵੈ, ਅਸੀਂ ਵਿਦਾਊਟ ਵੋਲੰਟਰੀ ਐਫਰਟ, ਆਪਣੀ ਇੱਛਾ ਤੇ ਬਗੈਰ ਅਸੀਂ ਕੋਈ ਵੀ ਧਿਆਨ ਜਿਹੜਾ ਵੈ ਨਹੀਂ ਅਸੀਂ ਚੰਗੀ ਤਰ੍ਹਾਂ ਦੇਖ ਸਕਦੇ, ਨਹੀਂ ਧਿਆਨ ਕੇਂਦਰਿਤ ਕਰ ਸਕਦੇ, ਕਿਉਂਕਿ ਸਾਡਾ ਇਹ ਜਿਹੜਾ ਧਿਆਨ ਜਿਹੜਾ ਹੈ ਡਿਫਰ ਕਰਦਾ ਰਹਿੰਦਾ ਹੈ, ਚੇਂਜ ਹੁੰਦਾ ਰਹਿੰਦਾ ਹੈ। ਸਾਡੇ ਆਪਣਾ ਜਿਹੜਾ ਸਾਡੀ ਹੈਬਿਟਸ ਆ ਉਹਦੇ ਕਾਰਨ, ਸਾਡੀ ਆਪਣੀ ਜਿਹੜੀ ਸੋਚ ਆ ਉਹਦੇ ਕਾਰਨ, ਸਾਡੀਆਂ ਇਮੋਸ਼ਨਸ ਦੇ ਕਾਰਨ ਜਿਹੜਾ ਉਹ ਧਿਆਨ ਜਿਹੜਾ ਵੈ ਉਹ ਚੇਂਜ ਹੁੰਦਾ ਰਹਿੰਦਾ ਹੈ। ਉਸ ਤੋਂ ਬਾਅਦ ਹੈ ਐਨਾਲਿਟੀਕਲ ਅਟੈਂਸ਼ਨ। ਐਨਾਲਿਟੀਕਲ ਅਟੈਂਸ਼ਨ ਜਿਹੜੀ ਹੁੰਦੀ ਹੈ ਵਿਸ਼ਲੇਸ਼ਣ ਵਾਲਾ ਧਿਆਨ। ਵਿਸ਼ਲੇਸ਼ਣ ਮਤਲਬ ਜਾਂਚ ਪਰਖ ਕੇ ਕੀਤਾ ਗਿਆ ਜਿਹੜਾ ਧਿਆਨ ਹੁੰਦਾ ਹੈ। when we focus on an object our mind begins to analyze that object। ਜਦੋਂ ਅਸੀਂ ਕਿਸੇ ਵਸਤੂ ਵੱਲ ਧਿਆਨ ਕਰਦੇ ਹਾਂ ਤੇ ਸਾਡਾ ਮਨ ਉਸ ਵਸਤੂ ਦਾ ਵਿਸ਼ਲੇਸ਼ਣ ਕਰਨ ਲੱਗ ਪੈਂਦਾ ਹੈ, ਉਹਨੂੰ ਧਿਆਨ ਨਾਲ ਐਨਾਲਾਈਜ਼ ਕਰਨਾ ਸ਼ੁਰੂ ਕਰ ਦਿੰਦਾ ਹੈ। when we analyze a house the mind starts analyzing the room of that house। ਜਦੋਂ ਅਸੀਂ ਘਰ ਨੂੰ ਦਾ ਵਿਸ਼ਲੇਸ਼ਣ ਕਰਦੇ ਹਾਂ ਤੇ ਸਾਡਾ ਮਨ ਉਸ ਘਰ ਦੇ ਕਮਰੇ ਅਤੇ ਵਿੱਚ ਰੱਖੀਆਂ ਚੀਜ਼ਾਂ ਦਾ ਵਿਸ਼ਲੇਸ਼ਣ ਕਰਨਾ ਸ਼ੁਰੂ ਕਰ ਦਿੰਦਾ ਹੈ। ਐਂਡ the things kept in that room, ਉਹਦੇ ਰੂਮ ਦੇ ਵਿੱਚ, ਮਤਲਬ ਉਸ ਕਮਰੇ 'ਚ ਰੱਖੀਆਂ ਹੋਈਆਂ ਚੀਜ਼ਾਂ ਨੂੰ ਅਸੀਂ ਬਹੁਤ ਧਿਆਨ ਨਾਲ ਦੇਖਦੇ ਹਾਂ। in this way our attention automatically goes to the position of the room। ਐਸੀ ਤਰ੍ਹਾਂ ਸਾਡਾ ਧਿਆਨ ਆਪਣੇ ਆਪ ਕਮਰੇ ਦੀ ਸਥਿਤੀ ਵੱਲ ਚਲਾ ਜਾਂਦਾ ਹੈ ਕਿ ਕਮਰਾ ਕਿਸ ਤਰ੍ਹਾਂ ਦਾ ਹੈ, ਕਮਰੇ 'ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਪਈਆਂ ਹੈ। ਸੋ ਇਹ ਜਿਹੜਾ ਅਸੀਂ ਉਹਦਾ ਜਿਹੜਾ ਡਿਟੇਲ ਦੇ ਵਿੱਚ ਵਿਸ਼ਲੇਸ਼ਣ ਕਰਦੇ ਹਾਂ, ਇਸ ਕਰਕੇ ਇਹਨੂੰ ਐਨਾਲਿਟੀਕਲ ਅਟੈਂਸ਼ਨ ਕਿਹਾ ਜਾਂਦਾ ਹੈ ਜਾਂ ਵਿਸ਼ਲੇਸ਼ਣਾਤਮਕ ਧਿਆਨ ਵੀ ਕਿਹਾ ਜਾਂਦਾ ਹੈ। ਸੈਲਫ ਜਨਰੇਟਡ ਤੇ ਜਿਹੜਾ ਅਟੈਂਸ਼ਨ ਹੈ, ਸੈਲਫ ਜਨਰੇਟਡ ਸਵੈ ਉਤਪੰਨ ਧਿਆਨ, ਜਿਹੜਾ ਕਿ ਆਪਣੇ ਆਪ ਹੀ ਪੈਦਾ ਹੁੰਦਾ ਹੈ, ਉਹ ਧਿਆਨ। when we see something we want our attention automatically goes to it। ਜਦੋਂ ਕਿਸੇ ਚੀਜ਼ ਨੂੰ ਦੇਖਣ ਦੀ ਅਸੀਂ ਚਾਹਤ ਰੱਖਦੇ ਹਾਂ ਤੇ ਸਾਡਾ ਧਿਆਨ ਆਟੋਮੈਟਿਕਲੀ ਆਪਣੇ ਆਪ ਹੀ ਉਹਦੇ ਉੱਤੇ ਆ ਜਾਂਦਾ ਹੈ। this is the focus of perfection। ਇਹ ਕੀ ਸ਼ੋ ਕਰਦੀ ਹੈ ਕਿ ਸਾਡੀ ਕਿੰਨੀ ਕੀ ਪਰਫੈਕਸ਼ਨ ਹੈ ਉਸ ਚੀਜ਼ ਨੂੰ ਧਿਆਨ ਨਾਲ ਵੇਖਣ ਦੀ। that things attracts us and we also focus on it। ਅਸੀਂ ਉਸ ਚੀਜ਼ਾਂ ਵੱਲ ਆਕਰਸ਼ਿਤ ਹੁੰਦੇ ਆ ਤੇ ਉਹਦੇ ਵੱਲ ਆਪਣਾ ਧਿਆਨ ਜਿਹੜਾ ਵਾ ਕੇਂਦਰਿਤ ਕਰਨਾ ਸ਼ੁਰੂ ਕਰ ਦੇਣਾ। that desired things attract us। ਐਸੇ ਤਰ੍ਹਾਂ ਜਿਹੜੀ ਸਾਡੀ ਇੱਛਾ ਹੁੰਦੀ ਹੈ ਉਹ ਵੀ ਜਿਹੜੀ ਹੈ ਧਿਆਨ ਨੂੰ ਆਕਰਸ਼ਿਤ ਕਰਨ ਵਿੱਚ ਬਹੁਤ ਹੀ ਵੱਡਾ ਰੋਲ ਪਲੇ ਕਰਦੀ ਹੈ। ਸੋ ਐਸੀ ਸਾਰੀਆਂ ਸਾਡੀਆਂ ਟਾਈਪਸ ਆਫ ਅਟੈਂਸ਼ਨ, ਧਿਆਨ ਕਿੰਨੇ ਤਰ੍ਹਾਂ ਦੇ ਹੁੰਦੇ ਹੈ, ਇਹਨੂੰ ਅਸੀਂ ਚੰਗੀ ਤਰ੍ਹਾਂ ਸਮਝਿਆ ਵੈ। ਸਾਨੂੰ ਕੁਐਸਚਨ ਵੀ ਪੇਪਰ ਦੇ ਵਿੱਚ ਆ ਸਕਦਾ ਹੈ ਕਿ what are the types of attention, what do you mean by attention, attention ਦਾ ਕੀ ਮਤਲਬ ਹੈ ਤੇ ਉਹਦੀਆਂ ਕਿੰਨੇ ਪ੍ਰਕਾਰ ਹਨ। ਅਸੀਂ ਇਹਨੂੰ ਐਕਸਪਲੇਨ ਕਰਕੇ ਜਿਹੜਾ ਵੈ ਆਪਣਾ ਕੁਐਸਚਨ ਆਨਸਰ ਜਿਹੜੇ ਸੋਲਵ ਕਰ ਸਕਦੇ ਹਾਂ। ਸੋ ਨੈਕਸਟ ਇਜ਼ 10 tips for holding attention। ਹੁਣ ਟੀਚਰ ਜਿਹੜਾ ਵੈ ਆਪਣੇ ਬੱਚਿਆਂ ਦਾ ਜਿਹੜਾ ਧਿਆਨ ਹੈ ਉਹ ਕਿਸ ਤਰ੍ਹਾਂ ਕਲਾਸ ਦੇ ਵਿੱਚ ਬਣਾਏ ਰੱਖ ਸਕਦਾ ਹੈ, ਉਹਦੇ ਬਾਰੇ ਮੈਂ ਤੁਹਾਡੇ ਨਾਲ 10 ਜਿਹੜੇ ਟਿਪਸ ਹੈਗੇ ਆ ਉਹ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੀ ਹਾਂ। Now you have your students attention, holding in another story। ਮਤਲਬ ਜਦੋਂ ਸਟੂਡੈਂਟ ਦੀ ਅਸੀਂ ਅਟੈਂਸ਼ਨ ਪੈਦਾ ਕਰਨੀ ਹੈ, ਜਦੋਂ ਅਸੀਂ ਕੰਮ ਕਰਾ ਰਹੇ ਹਾਂ,
ਉਸ ਲਈ ਸਾਨੂੰ ਕੁਝ ਕੀ ਪੁਆਇੰਟਸ ਹੈ ਸਾਨੂੰ ਧਿਆਨ ਰੱਖਣੇ ਚਾਹੀਦੇ ਨੇ, ਜਿਹਦੇ ਨਾਲ ਕਿ ਬੱਚਾ ਜਿਹੜਾ ਵੈ ਆਟੋਮੈਟਿਕਲੀ ਸਾਡੇ ਕੰਮ ਵੱਲ ਧਿਆਨ ਦੇਵੇਗਾ ਤੇ ਉਹ ਚੀਜ਼ ਨੂੰ ਸਮਝਣ ਦੀ ਪੂਰੀ ਕੋਸ਼ਿਸ਼ ਕਰੇਗਾ। ਸੋ ਸਭ ਤੋਂ ਪਹਿਲਾ ਹੈ ਰੈਲੇਵੈਂਟ ਟਾਸਕ। know your students and relate content to them। ਸਭ ਤੋਂ ਪਹਿਲੇ ਆਪਣੇ ਸਟੂਡੈਂਟਸ ਦੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਉਸ ਗਰੁੱਪ ਦੇ ਵਿੱਚ, ਉਸ ਕਲਾਸ ਦੇ ਵਿੱਚ ਕਿੰਨੇ ਸਟੂਡੈਂਟਸ ਬਹੁਤ ਇੰਟੈਲੀਜੈਂਟ ਨੇ, ਕਿੰਨੇ ਐਵਰੇਜ ਨੇ, ਕਿੰਨੇ ਲੋ ਸਟੇਜ ਤੇ ਨੇ। ਸੋ ਸਾਨੂੰ ਹਰ ਇੱਕ ਸਟੂਡੈਂਟ ਦਾ ਧਿਆਨ ਰੱਖਦੇ ਹੋਏ ਅਸੀਂ ਜਿਹੜਾ ਆਪਣਾ ਮੈਂ ਕੰਟੈਂਟ ਜਿਹੜਾ ਸਬਜੈਕਟ ਨੂੰ ਸਮਝਾਉਣ ਦਾ ਜਿਹੜਾ ਡਿਟੇਲ ਬਣਾਉਣੀ ਹੈ ਉਸ ਅਕੋਰਡਿੰਗਲੀ ਬਣਾਉਣੀ ਹੈ। and relate the content to the course objective। ਤੇ ਜਿਹੜਾ ਅਸੀਂ ਕੰਟੈਂਟ ਤਿਆਰ ਕਰਨਾ ਹੈ, ਜੋ ਅਸੀਂ ਸਮਝਾਉਣ ਵਾਸਤੇ ਆਪਣੇ ਨੋਟਸ ਰੈਡੀ ਕਰਨੇ ਆ, ਟੀਚਰ ਵਾਸਤੇ ਹੈ ਨੋਟਸ ਰੈਡੀ ਕਰਨੇ, ਉਹ ਸਾਡੇ ਸਿਲੇਬਸ ਦੇ ਆਬਜੈਕਟਿਵ ਨੂੰ ਪੂਰਾ ਕਰਦੇ ਹੋਣ ਤੇ ਬੱਚਿਆਂ ਦੇ ਅਕੋਰਡਿੰਗਲੀ ਅਸੀਂ ਸਮਝਾਉਣ ਵਾਸਤੇ ਅਸੀਂ ਜਿਹੜਾ ਮਟੀਰੀਅਲ ਜਿਹੜਾ ਦੇ ਰਹੇ ਹਾਂ ਉਹਦੇ ਅਕੋਰਡਿੰਗਲੀ ਹੋਣਾ ਚਾਹੀਦਾ ਹੈ। For example, if the content is the Indian-Pakistan cricket match, ਉਹ ਕਹਿੰਦਾ ਹੈ ਉਹਦੇ ਵਿੱਚ ਕਿਹਾ ਜਾ ਰਿਹਾ ਵੈ ਐਗਜ਼ਾਮਪਲ ਦੇ ਵਿੱਚ ਕੀ ਹੈ ਕਿ ਜੇ ਕੰਟੈਂਟ ਇੰਡੀਅਨ ਪਾਕਿਸਤਾਨ ਕ੍ਰਿਕਟ ਮੈਚ ਦਾ ਹੈ, ਉਹਨੂੰ ਡਿਸਕਸ ਕਰਨਾ ਹੈ ਤੇ ਫਾਈਂਡ ਆਊਟ ਵਾਟ ਦੇ ਆਲਰੇਡੀ ਨੋ। ਸਭ ਤੋਂ ਪਹਿਲੇ ਸਾਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਬੱਚੇ ਇਸ ਵਿਸ਼ੇ ਦੇ ਬਾਰੇ, ਮੈਚ ਦੇ ਬਾਰੇ ਕਿੰਨਾ ਕੁਝ ਜਾਣਦੇ ਨੇ। ਜੇ ਉਹ ਜਾਣਦੇ ਨੇ ਤੇ ਹਾਊ ਇਟ ਰਿਲੇਟਸ ਟੂ देयर ਲਾਈਵਸ ਇਜ਼ ਇੰਪੋਰਟੈਂਟ, ਤੇ ਕਿਸ ਤਰ੍ਹਾਂ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹਨੂੰ ਇੰਪੋਰਟੈਂਟ ਰੋਲ ਨੂੰ ਪਲੇ ਕਰਦੇ ਨੇ ਤੇ ਕਿਸ ਤਰ੍ਹਾਂ ਮਤਲਬ ਉਸ ਮੈਚ ਦੀਆਂ ਜਿਹੜੀਆਂ ਡਿਟੇਲਸ ਆ ਉਹਨਾਂ ਨੂੰ ਪਤਾ ਹੈ। ਸੋ ਸਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਟੂਡੈਂਟਸ ਦੀ ਨੌਲੇਜ ਕਿੱਥੇ ਤੱਕ ਹੈ ਤੇ ਅਸੀਂ ਉਹਨੂੰ ਕਿਹੜੀ ਨੌਲੇਜ ਪ੍ਰੋਵਾਈਡ ਕਰਨੀ ਹੈ। ਟੀਚ ਐਟ ਐਪਰੋਪ੍ਰੀਏਟ ਲੈਵਲ ਆਫ ਡਿਫਿਕਲਟੀ। ਹਰ ਕੋਈ ਡਿਫਿਕਲਟੀ ਦਾ ਜਿਹੜਾ ਐਪਰੋਪ੍ਰੀਏਟ ਲੈਵਲ ਹੈ ਉਹਦੇ ਅਕੋਰਡਿੰਗਲੀ ਹੀ ਟੀਚ ਕਰਨਾ ਚਾਹੀਦਾ ਬੱਚਿਆਂ ਨੂੰ। ਮਟੀਰੀਅਲ ਟੂ ਹਾਰਡ ਔਰ ਟੂ ਡਿਫਿਕਲਟ ਕੈਨ ਰਿਜ਼ਲਟ ਇਨ ਸਟੂਡੈਂਟ ਇਨ ਅਟੈਂਸ਼ਨ। ਜੇ ਤੇ ਮਟੀਰੀਅਲ ਜਿਹੜਾ ਅਸੀਂ ਪੜ੍ਹਾ ਰਹੇ ਹਾਂ ਬੱਚਿਆਂ ਨੂੰ, ਥਿਊਰੀ ਕਰਾ ਰਹੇ ਹਾਂ, ਉਹ ਬਹੁਤ ਹੀ ਔਖੀ ਤੇ ਬਿਲਕੁਲ ਸਮਝ ਨਹੀਂ ਆਉਣ ਵਾਲੀ ਹੈ ਤੇ ਉਹਦਾ ਅਸਰ ਕੀ ਹੋਏਗਾ, ਸਟੂਡੈਂਟ ਉਹਦੇ ਤੇ ਧਿਆਨ ਨਹੀਂ ਦੇਣਗੇ, ਸਟੂਡੈਂਟ ਉੱਤੇ ਅਟੈਂਸ਼ਨ ਪ੍ਰੋਵਾਈਡ ਨਹੀਂ ਕਰਨਗੇ। ਚੈੱਕ ਫॉर ਅੰਡਰਸਟੈਂਡਿੰਗ ਔਰ ਬੋਰਡਮ ਐਟ ਦਾ ਬਿਗਨਿੰਗ। ਸ਼ੁਰੂਆਤੀ ਤੌਰ ਤੇ ਜਦੋਂ ਇੱਕ ਟੀਚਰ ਆਪਣਾ ਸਬਜੈਕਟ ਪੜ੍ਹਾਉਣਾ ਸ਼ੁਰੂ ਕਰ ਦਿੰਦਾ ਹੈ ਤੇ ਉਹਨੂੰ ਉਸੇ ਵੇਲੇ ਹੀ ਅੰਡਰਸਟੈਂਡ ਕਰ ਲੈਣਾ ਚਾਹੀਦਾ ਹੈ ਕਿ ਬੱਚੇ ਬੋਰ ਤੇ ਨਹੀਂ ਹੋ ਰਹੇ, ਕਿ ਬੱਚਿਆਂ ਨੂੰ ਸਮਝ ਲੱਗ ਰਿਹਾ ਹੈ ਪਾਰਟਿਕੂਲਰ ਟੌਪਿਕ। ਸੋ ਦੈਨ ਟੇਲਰ ਦਾ ਮਟੀਰੀਅਲ ਟੂ ਦਾ ਕਲਾਸ। ਸੋ ਉਸ ਮੁਤਾਬਿਕ ਹੀ ਸਾਨੂੰ ਕਲਾਸ ਦਾ ਜਿਹੜਾ ਮਟੀਰੀਅਲ ਹੈ, ਜਿਹੜਾ ਅਸੀਂ ਉਹਨਾਂ ਨੂੰ ਥਿਊਰੀ ਪਾਰਟ ਜਾਂ ਪ੍ਰੈਕਟੀਕਲ ਪਾਰਟ ਦੇ ਰਹੇ ਹਾਂ, ਉਹ ਦੀ ਤਿਆਰੀ ਕਰਨੀ ਚਾਹੀਦੀ ਹੈ। ਫॉर एग्जांपल, if you are teaching the cutting and find students already have control over it, ਅਸੀਂ ਉਹਨਾਂ ਨੇ ਐਗਜ਼ਾਮਪਲ ਇਹ ਰੱਖੀ ਹੈ ਕਿ ਜੇ ਅਸੀਂ ਟੀਚਰ ਹੈਗੇ ਆ ਕਟਿੰਗ ਦੇ ਤੇ ਸਾਨੂੰ ਦੇਖਣਾ ਚਾਹੀਦਾ ਹੈ ਜੇ ਸਟੂਡੈਂਟਸ ਜਿਹੜੇ ਕਟਿੰਗ ਤੋਂ ਬਹੁਤ ਮਾਹਿਰ ਹੈ ਤੇ ਉਹਨਾਂ ਨੂੰ ਡਰਾਫਟਿੰਗ ਦੀ ਨੌਲੇਜ ਦੇਣੀ ਚਾਹੀਦੀ ਹੈ ਤੇ ਜਾਂ ਉਸ ਤੋਂ ਅਗਲੇ ਸਟੈਪ ਦੀ ਨੌਲੇਜ ਦੇਣੀ ਚਾਹੀਦੀ ਹੈ। ਉਹ ਸਟੈਪ ਦੀ ਨੌਲੇਜ ਘੱਟ ਦੇਣੀ ਚਾਹੀਦੀ ਜਿਹਦੀ ਉਹਨਾਂ ਨੂੰ ਆਲਰੇਡੀ ਪਤਾ ਹੈ। ਸੋ ਨਵੀਂ ਤੋਂ ਨਵੀਂ ਨੌਲੇਜ ਜਿਹੜੀ ਹੈ ਉਹਨਾਂ ਨੂੰ ਦੇਣੀ ਚਾਹੀਦੀ ਹੈ। Use choral chants for material. Better for lower level students, having students chant together key phrases or sentences from the material gets them focused on the material. So ਜਿਹੜੇ low level ਦੇ students ਹੁੰਦੇ ਆ, low level ਦੇ students ਜਿਨ੍ਹਾਂ ਦੀ ਮਾਰਕਸ ਘੱਟ ਆਉਂਦੇ ਆ, ਜਿਨ੍ਹਾਂ ਦਾ IQ ਲੈਵਲ ਥੋੜਾ ਘੱਟ ਹੁੰਦਾ ਹੈ, ਤੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਵੈ, ਟੀਚਰ ਨੂੰ ਕੀ ਕਰਨਾ ਚਾਹੀਦਾ ਹੈ, ਇੱਕ ਆਪਸ ਦੇ ਵਿੱਚ ਉਹਨਾਂ ਨੂੰ ਇੰਟਰੈਕਸ਼ਨ ਕਰਨ ਦੇਣੀ ਚਾਹੀਦੀ, ਕੋਈ ਟੌਪਿਕ ਦੇਣਾ ਚਾਹੀਦਾ ਵੈ ਤਾਂ ਕਿ ਉਹ ਜਿਹੜੇ ਹੈ ਉਹ ਵੀ ਉਸ ਸਬਜੈਕਟ ਦੇ ਵਿੱਚ, ਉਸ ਜਿਹੜਾ ਟੌਪਿਕ ਪੜ੍ਹਾਇਆ ਜਾਣ ਵਾਲਾ ਉਹਦੇ ਵਿੱਚ ਇਨਵੋਲਵ ਹੋ ਸਕਣ ਤੇ ਉਹਨਾਂ ਨੂੰ ਜਿਹੜਾ ਵੈ ਇੱਕ ਰਿਦਮ ਉਹਨਾਂ ਦੇ ਵਿੱਚ ਪ੍ਰੋਵਾਈਡ ਹੋ ਸਕੇ। ਦਿਸ ਆਲਸੋ ਪ੍ਰੋਵਾਈਡਸ ਪ੍ਰੈਕਟਿਸ ਇਨ ਦਾ ਰਿਦਮ ਐਂਡ intonation of difficult words which sometimes is required for trade। ਕਿ ਇਹਦੇ ਨਾਲ ਕੀ ਹੁੰਦਾ ਹੈ ਕਿ ਉਹ ਬੱਚਿਆਂ ਦੇ ਵਿੱਚ ਵੀ ਜਿਹੜੇ ਲੋ IQ ਲੈਵਲ ਬੱਚੇ ਹੁੰਦੇ ਆ ਉਹਨਾਂ ਦੇ ਵਿੱਚ ਵੀ ਇੱਕ ਰਿਦਮ ਆ ਜਾਂਦੀ ਹੈ, ਉਹਨਾਂ ਦਾ ਧਿਆਨ ਉਹਦੇ ਵਿੱਚ ਆਕਰਸ਼ਿਤ ਹੋ ਜਾਂਦਾ ਵੈ ਤੇ ਉਹਦੇ ਨਾਲ ਉਹਨਾਂ ਨੂੰ ਵੀ ਜਿਹੜੇ ਔਖੇ ਵਰਡਸ ਹੈ, ਜਿਸ ਤਰ੍ਹਾਂ ਕਿ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਹੌਟ ਕਟੂਰ ਫੈਸ਼ਨ, ਪ੍ਰੈਟੇ ਪੋਟਰ ਫੈਸ਼ਨ, ਇਹ ਨਾਮ ਜਿਹੜੇ ਹੈ ਕਈਆਂ ਨੂੰ ਬੋਲਣੇ ਨਹੀਂ ਆਉਂਦੇ ਹੁੰਦੇ, ਪਰ ਜਦੋਂ ਬੱਚੇ ਆਪਣੇ ਗਰੁੱਪ ਦੇ ਵਿੱਚ ਆਪਣੇ ਸਟੂਡੈਂਟਸ ਦੇ ਨਾਲ ਇਸ ਮਟੀਰੀਅਲ ਨੂੰ ਡਿਸਕਸ ਕਰਦੇ ਨੇ ਤੇ ਉਹਨਾਂ ਨੂੰ ਉਹਦੇ ਵਿੱਚ ਕੰਫਰਟੇਬਲੀ ਚੀਜ਼ਾਂ ਸਮਝ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। Make presentation clear. Use the clear charts and visuals hold students' attention and make the content clear. ਅਸੀਂ ਜਿਹੜਾ ਟੀਚਰ ਹੈ ਜਿਹੜੇ ਚਾਰਟਸ ਸ਼ੋ ਕਰਦਾ ਪਿਆ, ਸਪੋਜ਼ ਇੱਕ ਛੋਟੀ ਕਲਾਸ ਦੇ ਵਿੱਚ ਮੈਂਗੋ ਦੀ ਉਹਨੇ ਡੈਫੀਨੇਸ਼ਨ ਦੇਣੀ ਹੈ ਕਿ ਮੈਂਗੋ ਕੀ ਹੁੰਦਾ ਹੈ ਤੇ ਮੈਂਗੋ ਦੀ ਜਿਹੜੀ ਡਰਾਇੰਗ ਕੀਤੀ ਹੋਈ ਹੈ ਬਿਲਕੁਲ ਕਲੀਅਰ ਕੱਟ ਮੈਂਗੋ ਦੇ ਅਕੋਰਡਿੰਗਲੀ ਹੋਣੀ ਚਾਹੀਦੀ ਕਿ ਮੈਂਗੋ ਹੀ ਲੱਗਣਾ ਚਾਹੀਦਾ ਹੈ ਤਾਂ ਕਿ ਵਿਜ਼ੂਅਲਸ ਨੂੰ ਵੇਖ ਕੇ
ਉਹ ਜਿਹੜੇ ਹੈ ਉਹਦੇ ਤੇ ਧਿਆਨ, ਉਹਦੇ ਵਿੱਚ ਮਤਲਬ ਇੰਟਰਸਟ ਦਿਖਾਣ, ਉਹਦੇ ਵੱਲ ਧਿਆਨ ਦੇਣ। ਤੇ ਇਸ ਤਰ੍ਹਾਂ ਅਸੀਂ ਜਿਹੜਾ ਵੈ ਪ੍ਰੋਪਰ ਪ੍ਰੈਜੈਂਟੇਸ਼ਨ ਸਾਡੇ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈ। ਜਿਹੜਾ ਅਸੀਂ ਰੈਲੇਵੈਂਟ ਸਬਜੈਕਟ ਪੜ੍ਹਾਉਣਾ ਵੈ ਉਹ ਡਿਟੇਲ ਦੇ ਵਿੱਚ ਅਸੀਂ ਡਿਸਕਸ ਕਰ ਸਕਦੇ ਹਾਂ। ਇਨਵੋਲਵ ਸਟੂਡੈਂਟਸ ਇਨ ਲੈਕਚਰ, ਸਟੂਡੈਂਟਸ ਨੂੰ ਵੀ ਜਿਹੜਾ ਵੈ ਇਸ ਤਰ੍ਹਾਂ ਮੋਟੀਵੇਟ ਕਰਨਾ ਚਾਹੀਦਾ ਵੈ ਕਿ ਉਹ ਜਿਹੜਾ ਅਸੀਂ ਲੈਕਚਰ ਦੇ ਰਹੇ ਹਾਂ ਉਹਦੇ ਵਿੱਚ ਉਹ ਆਪਣਾ ਇਨਵੋਲਵਮੈਂਟ ਸ਼ੋ ਕਰੇ। ਡੋਂਟ ਜਸਟ ਲੈਕਚਰ ਔਨ ਦਾ ਸਬਜੈਕਟ ਵਿਦ ਚਾਰਟਸ ਐਂਡ ਬੋਰਡ ਵਰਕ। ਮਤਲਬ ਹਮੇਸ਼ਾ ਲੈਕਚਰ ਏਦਾਂ ਨਹੀਂ ਦੇਣਾ ਚਾਹੀਦਾ ਕਿ ਸਬਜੈਕਟ ਜਿਹੜਾ ਅਸੀਂ ਪੜ੍ਹਾਉਣ ਲੱਗੇ ਹਾਂ ਉਹਨਾਂ ਨੂੰ ਚਾਰਟਸ ਦੇ ਥਰੂ ਦਿਖਾ ਦਈਏ ਜਾਂ ਥੋੜਾ ਬਹੁਤਾ ਬੋਰਡ ਤੇ ਲਿਖ ਕੇ ਦਿਖਾ ਦਈਏ ਤੇ ਉਹਨੂੰ ਬੱਚੇ ਨੂੰ ਸਮਝ ਲੱਗ ਜਾਏਗਾ। ਦਿਸ ਵਿਲ ਸ਼ੋਰਲੀ ਪੁੱਟ ਐਵਰੀਵਨ ਟੂ ਸਲੀਪ। ਇਸ ਨਾਲ ਕੀ ਹੋਏਗਾ, ਜੇ ਅਸੀਂ ਰੋਜ਼ ਹੀ ਸੇਮ ਇਸੇ ਤਰ੍ਹਾਂ ਹੀ ਲੈਕਚਰ ਦੇਵਾਂਗੇ ਤੇ ਬੱਚੇ ਬੋਰ ਹੋ ਜਾਣਗੇ ਤੇ ਉਹਨਾਂ ਨੂੰ ਨੀਂਦ ਆਣੀ ਸ਼ੁਰੂ ਹੋ ਜਾਂਦੀ ਹੈ। ਡਿਊਰਿੰਗ ਦਾ ਲੈਕਚਰ ਸਟਾਪ ਟੂ ਆਸਕ ਸਟੂਡੈਂਟਸ ਅਬਾਊਟ ਲਾਸਟ ਵੀਕਐਂਡ। ਡਿਊਰਿੰਗ ਦਾ ਲੈਕਚਰ ਜਦੋਂ ਅਸੀਂ ਲੈਕਚਰ ਅਸੀਂ ਸਮਝਾ ਰਹੇ ਹਾਂ ਉਸ ਲਈ ਬੱਚਿਆਂ ਦੇ ਨਾਲ ਸਾਨੂੰ ਕੀ ਕਹੀਦਾ ਹੈ, ਲਾਸਟ ਵੀਕਐਂਡ ਪਿਛਲੇ ਹਫਤੇ ਜਿਹੜਾ ਕੰਮ ਕੀਤਾ ਗਿਆ ਉਹਦੇ ਬਾਰੇ ਜਿਹੜਾ ਵੈ ਸਾਨੂੰ ਉਹਨਾਂ ਨਾਲ ਡਿਸਕਸ ਕਰਨਾ ਚਾਹੀਦਾ ਵੈ। ਲੇਟੈਸਟ ਜਿਹੜਾ ਵੈ ਕੰਟੈਂਟ ਅਸੀਂ ਯੂਜ਼ ਕਰਦੇ ਪਏ ਹਾਂ ਉਹਦੇ ਬਾਰੇ ਉਹਨੂੰ ਐਡਜਸਟ ਕਰਨਾ, ਉਹਨੂੰ ਸਮਝਾਉਣਾ ਚਾਹੀਦਾ ਹੈ। ਤੇ ਇਸੇ ਤਰ੍ਹਾਂ ਸਾਨੂੰ ਕੀਪ them ਇਨਵੋਲਵਡ ਇਨ ਦਾ ਕੰਟੈਂਟ। ਇਸ ਤਰ੍ਹਾਂ ਅਸੀਂ ਜਿਹੜਾ ਸਬਜੈਕਟ ਪੜ੍ਹਾ ਰਹੇ ਹਾਂ ਉਹਦੇ ਵਿੱਚ ਉਹਨਾਂ ਦਾ ਧਿਆਨ ਪੂਰੀ ਤਰ੍ਹਾਂ ਅਸੀਂ ਦਿਵਾ ਸਕਦੇ ਹਾਂ ਤੇ ਪ੍ਰੈਕਟਿਸ ਕਰ ਸਕਦੇ ਹਾਂ ਮਟੀਰੀਅਲ ਦੀ। ਸੋ ਨੈਕਸਟ ਜਿਹੜਾ ਪੁਆਇੰਟ ਹੈ, ਯੂਜ਼ ਹਿਊਮਰ। ਜਦੋਂ ਅਸੀਂ ਇੱਕ ਸਬਜੈਕਟ ਪੜ੍ਹਾ ਰਹੇ ਹਾਂ ਤੇ ਹਮੇਸ਼ਾ ਇਹ ਨਹੀਂ ਪੜ੍ਹਾਈ ਵੱਲ ਹੀ ਧਿਆਨ ਦੇਣਾ, ਜੇ ਥੋੜਾ ਕੁਝ ਹਾਸਾ ਮਜ਼ਾਕ ਵੀ ਹੋਣਾ ਬਹੁਤ ਜ਼ਰੂਰੀ ਹੈ। ਯੂਜ਼ ਆਫ ਹਿਊਮਰ ਰਿਲੇਟਡ ਟੂ ਦਾ ਕੰਟੈਂਟ ਇਜ਼ ਅਨਦਰ ਅਟੈਂਸ਼ਨ। ਜਿਹੜਾ ਕੰਟੈਂਟ ਅਸੀਂ ਪੜ੍ਹਾ ਰਹੇ ਹਾਂ ਉਹਦੇ ਰਿਲੇਟਡ ਹੀ ਹਾਸਾ ਮਜ਼ਾਕ ਹੋਣਾ ਚਾਹੀਦਾ ਹੈ, ਜਿਹਦੇ ਨਾਲ ਕੀ ਹੁੰਦਾ ਹੈ ਬੱਚਿਆਂ ਦਾ ਧਿਆਨ ਜਿਹੜਾ ਉਹਦੇ ਵੱਲ ਹੋਰ ਵੱਧ ਜਾਂਦਾ ਹੈ। Students appreciate teachers who know how to use humor appropriately related to the material. ਉਹ ਸਟੂਡੈਂਟਸ ਜਿਹੜੇ ਹੁੰਦੇ ਆ ਬਹੁਤ ਹੀ ਐਸੇ ਟੀਚਰਸ ਨੂੰ ਐਪਰੀਸ਼ੀਏਟ ਕਰਦੇ ਆ, ਬੜਾਵਾ ਦਿੰਦੇ ਆ, ਚੰਗਾ ਸਮਝਦੇ ਨੇ, ਜਿਹੜਾ ਕਿ ਪੜ੍ਹਾਉਣ ਦੇ ਵੇਲੇ ਕੁਛ ਨਾ ਕੁਛ ਮਜ਼ਾਕ ਵੀ ਉਸ ਪੜ੍ਹਾਈ ਦਾ ਰਿਲੇਟਡ ਉਹਨਾਂ ਦੇ ਨਾਲ ਕਰਦਾ ਹੈ। For example, relating a brief humorous anecdote about what a bad day you had yesterday to demonstrate past tense verbs will get students' attention and lighten the mood. ਜਿਸ ਤਰ੍ਹਾਂ ਕਿ ਐਗਜ਼ਾਮਪਲ ਉਹਨਾਂ ਨੇ ਕਹੀ ਹੈ, ਜੇ ਅਸੀਂ ਕਿਸੇ ਬੱਚਿਆਂ ਨੂੰ ਪਾਸਟ ਟੈਂਸ ਬਾਰੇ ਸਮਝਾਉਣਾ ਹੈ ਤੇ ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਪਾਸਟ ਡੇਜ਼ 'ਚ ਜੋ ਬੀਤਿਆ ਹੈ ਉਹਦੇ ਬਾਰੇ ਅਸੀਂ ਡਿਸਕਸ਼ਨ ਕਰਨੀ ਹੈ, ਜਿਸ ਕਾਰਨ ਉਹਨਾਂ ਨੂੰ ਪਾਸਟ ਸੈਂਟੈਂਸ ਬਣਾਉਣਾ ਵੀ ਆ ਜਾਏਗਾ ਤੇ ਉਹਨਾਂ ਦਾ ਅਟੈਂਸ਼ਨ ਵੀ ਉਹਦੇ ਵੱਲ ਡਿਵਰਟ ਹੋ ਜਾਏਗੀ ਤੇ ਉਹਦੇ ਨਾਲ ਉਹਨਾਂ ਦਾ ਮੂਡ ਵੀ ਲਾਈਟ ਹੋ ਜਾਏਗਾ ਕਿ ਉਹ ਆਪਣੇ ਪੜ੍ਹਾਈ ਤੋਂ ਇਲਾਵਾ ਵੀ ਹੋਰ ਗੱਲ ਜਿਹੜਾ ਵਾ ਟੀਚਰ ਉਹਦੇ ਨਾਲ ਡਿਸਕਸ ਕਰ ਰਿਹਾ ਹੈ। Establish the routine, task and time limit. If students are to work in groups, for example, they should know which group they belong in, what they will be doing and for how long. ਜੇ ਕੋਈ ਸਟੂਡੈਂਟਸ ਗਰੁੱਪਸ ਦੇ ਵਿੱਚ ਕੰਮ ਕਰਦੇ ਪਏ ਆ ਤੇ ਸਾਨੂੰ ਐਗਜ਼ਾਮਪਲ, ਜਿਸ ਤਰ੍ਹਾਂ ਕਿ ਐਗਜ਼ਾਮਪਲ ਆਇਆ ਹੈ ਕਿ ਸਾਨੂੰ ਉਹਨਾਂ ਨੂੰ ਪੂਰੀ ਨੌਲੇਜ ਹੋਣੀ ਚਾਹੀਦੀ ਹੈ ਕਿ ਉਹ ਕਿਹੜੇ ਗਰੁੱਪ ਨਾਲ ਰਿਲੇਟਡ ਨੇ, ਕਿਸ ਗਰੁੱਪ ਦਾ ਉਹ ਸਟੂਡੈਂਟ ਹੈ। ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਹੜਾ ਕੰਮ ਕਰਨ ਲੱਗੇ ਨੇ ਤੇ ਉਹ ਕਿੰਨੀ ਦੇਰ ਤੱਕ ਉਹ ਕੰਮ ਨੂੰ ਕੰਪਲੀਟ ਕਰਨਗੇ। ਜਿਹੜਾ ਅਸੀਂ ਅਸਾਈਨਮੈਂਟ ਦਿੱਤਾ ਹੈ ਟੀਚਰ ਨੇ, ਉਹ ਕਿੰਨੀ ਦੇਰ ਤੱਕ ਉਹ ਵਾਲਾ ਗਰੁੱਪ ਜਿਹੜਾ ਉਹ ਅਸਾਈਨਮੈਂਟ ਕੰਪਲੀਟ ਕਰੇਗਾ। ਸੋ ਇੱਕ ਰੂਟੀਨ ਟਾਸਕ ਹੋਣਾ ਚਾਹੀਦਾ ਜਿਹਦੇ ਵਿੱਚ ਟਾਈਮ ਲਿਮਿਟ ਉਹਨਾਂ ਨੂੰ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਕਿ ਉਹ ਟਾਈਮ ਲਿਮਿਟ ਦੇ ਅੰਦਰ ਵਿੱਚ ਰਹਿ ਕੇ ਹੀ ਆਪਣਾ ਕੰਮ ਜਿਹੜਾ ਵਾ ਪ੍ਰੋਪਰ ਕਲੀਅਰਲੀ ਕਰ ਸਕਣ। Plan carefully and fully make the plan apparent to students. Students will lose focus if the objectives and plan for the lesson are not clear to them. Students ਜਿਹੜੇ ਹੁੰਦੇ ਆ ਜੇ ਉਹਨਾਂ ਨੂੰ ਆਪਣਾ ਸਬਜੈਕਟ ਪੂਰੀ ਤਰ੍ਹਾਂ ਨਹੀਂ ਪਤਾ ਹੋਏਗਾ, ਆਪਣਾ ਟੌਪਿਕ ਦੇ ਬਾਰੇ, ਉਹਦੇ ਆਬਜੈਕਟਿਵਸ ਦੇ ਬਾਰੇ, ਉਹਦੀਆਂ ਕੀ ਮਤਲਬ ਟੀਚੇ ਹੈ ਉਹਦੇ ਬਾਰੇ ਨਹੀਂ ਪਤਾ ਹੋਏਗਾ, ਉਸ ਲੈਸਨ ਦੇ ਬਾਰੇ ਕੁਝ ਨੌਲੇਜ ਨਹੀਂ ਹੋਏਗੀ ਪ੍ਰੋਪਰ ਪਲੈਨਿੰਗ ਦੇ ਬਾਰੇ, ਤੇ ਉਹ ਜਿਹੜਾ ਵੈ ਆਪਣਾ ਕੰਮ ਪੂਰੀ ਤਰ੍ਹਾਂ ਨਹੀਂ ਕਰ ਸਕਦੇ। ਉਹਨਾਂ ਦਾ ਫੋਕਸ ਜਿਹੜਾ ਵੈ ਉਹ ਟੁੱਟ ਜਾਏਗਾ, ਉਹ ਧਿਆਨ ਨਾਲ ਕੰਮ ਨਹੀਂ ਕਰ ਸਕਦੇ। ਰਾਈਟਿੰਗ what the class will be doing on the board helps keep focus. ਨਾਲੋਂ ਨਾਲ ਹੀ ਕਲਾਸ ਦੇ ਵਿੱਚ ਜਿਹੜਾ ਬੋਰਡ ਦਿੱਤਾ ਹੁੰਦਾ ਵੈ ਉਹਦੇ ਉੱਤੇ ਸਾਨੂੰ ਲਿਖ ਦੇਣਾ ਚਾਹੀਦਾ ਹੈ ਕਿ ਸਾਡੇ ਟਾਸਕ ਕੀ ਨੇ, ਇਹ ਕੰਮ ਕਰਨ ਤੋਂ ਬਾਅਦ ਸਾਨੂੰ ਕੀ ਸਮਝ ਆਏਗਾ ਜਾਂ ਇਹ ਕੰਮ ਨੂੰ ਕਰਨ ਵਾਸਤੇ ਸਾਨੂੰ ਕਿਹੜੇ ਪੁਆਇੰਟਸ ਫੋਲੋ ਕਰਨੇ ਚਾਹੀਦੇ, ਇਹ ਨਾਲੋਂ ਨਾਲ ਬੋਰਡ ਦੇ ਉੱਤੇ ਲਿਖ ਦੇਣਾ ਚਾਹੀਦਾ ਹੈ। Divide task into manageable sub skills. If students are going to be participating in a class debate,
telling them to debate the issue may result in a lot of students wandering around confused, outlining what is involved in a debate on the board and break it down. Today, decide the issue and our sides. Tomorrow, establish the roles within our teams. The next day, research and so forth. ਸੋ ਬੱਚਿਆਂ ਨੂੰ ਕੀ ਹੈ, ਇੱਕ ਡਿਬੇਟ ਵੀ ਦੇਣੀ ਚਾਹੀਦੀ ਹੈ। ਜੇ ਡਿਬੇਟ ਦਾ ਟਾਸਕ ਉਹਨਾਂ ਨੂੰ ਦਿੱਤਾ ਵਾ ਤੇ ਉਹਨਾਂ ਨੂੰ ਬਿਲਕੁਲ ਕਲੀਅਰਲੀ ਹੋਣਾ ਚਾਹੀਦਾ ਵਾ ਕਿ ਉਹਦੇ ਵਿੱਚ ਉਹਨਾਂ ਨੇ ਕੀ ਕਹਿਣਾ ਹੈ ਤੇ ਫੋਕਸ ਹੋਣਾ ਚਾਹੀਦਾ ਹੈ। ਬੱਚੇ ਸਾਰਿਆਂ ਨੂੰ ਹਰ ਇੱਕ ਪੁਆਇੰਟ ਕਲੀਅਰ ਹੋਣਾ ਚਾਹੀਦਾ ਹੈ, ਤਾਈਓ ਜਿਹੜੀ ਉਹ ਪਾਰਟਿਕੂਲਰ ਚੀਜ਼ ਦੇ ਉੱਤੇ ਡਿਬੇਟ ਜਾਂ ਕੋਈ ਆਪਸ ਦੇ ਵਿੱਚ ਜਿਹੜੀ ਹੈ ਡਿਸਕਸ਼ਨ ਕਰ ਸਕਦੇ ਆ। Establish clear roles in doing the debate. To continue the example, everyone within the group should have a task. ਜਿਹੜਾ ਹੁਣ ਅਸੀਂ ਕਲੀਅਰ ਰੋਲਸ ਜਿਹੜੇ ਆ ਸਭ ਨੂੰ ਦਿੱਤੇ ਜਾਣੇ ਚਾਹੀਦੇ ਆ। ਇੱਕ ਕਲਾਸ 'ਚ ਜੇ 20 ਸਟੂਡੈਂਟਸ ਹੈ ਤੇ ਜਿਹੜਾ ਟੀਚਰ ਹੈ ਉਹਨੂੰ ਹਰ ਸਟੂਡੈਂਟ ਨੂੰ ਇੱਕ ਜਿਹੜਾ ਵਾ ਟੌਪਿਕ ਦੇਣਾ ਚਾਹੀਦਾ ਕਿ ਤੁਸੀਂ ਇਸ ਟੌਪਿਕ ਦੇ ਡਿਸਕਸ਼ਨ ਕਰਨੀ, ਤੁਸੀਂ ਇਸ ਟੌਪਿਕ ਤੇ ਡਿਸਕਸ਼ਨ ਕਰਨੀ ਹੈ। ਸੋ ਕਲੀਅਰਲੀ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਬੱਚਿਆਂ ਨੂੰ ਕੀ ਰੋਲਸ ਨੇ ਜਿਹਨੂੰ ਫੋਲੋ ਕਰਕੇ ਅਸੀਂ ਆਪਣਾ ਜਿਹੜਾ ਟੌਪਿਕ ਹੈ ਜਿਹੜਾ ਡਿਸਕਸ਼ਨ ਕਰਨ ਦੇ ਵਿੱਚ ਲੈ ਕੇ ਆਉਣਾ ਹੈ। ਸੋ ਈਚ ਐਂਡ ਐਵਰੀ ਜਿਹੜਾ ਰੋਲ ਹੈ ਹਰ ਇੱਕ ਸਟੂਡੈਂਟ ਦਾ ਉਹਨੂੰ ਪ੍ਰੋਪਰਲੀ ਕਲੀਅਰ ਕਰਕੇ ਰੱਖਣਾ ਚਾਹੀਦਾ ਵੈ। ਸਟੂਡੈਂਟਸ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਤੇ ਟੀਚਰ ਨੂੰ ਵੀ ਪਤਾ ਹੋਣਾ ਚਾਹੀਦਾ ਹੈ। ਸੋ ਇਹ ਜਿਹੜੇ ਸੀ 10 ਟਿਪਸ ਸੀ ਜਿਹੜੇ ਕਿ ਅਟੈਂਸ਼ਨ ਨੂੰ, ਧਿਆਨ ਨੂੰ ਅਸੀਂ ਬਣਾਏ ਰੱਖਣ ਵਾਸਤੇ ਇਸਤੇਮਾਲ ਕਰਦੇ ਹਾਂ। ਹੁਣ ਅਸੀਂ ਪੜ੍ਹਨ ਜਾ ਰਹੇ ਹਾਂ ਇੰਟਰਸਟ ਕੀ ਹੁੰਦਾ ਹੈ। Meaning of interest. Interest is very important in human life. Interest motivates any human being to work. These proactive situations are called interest. The human being expresses excitement only in the action in which he takes interest. In order to know a person, it is necessary to know his interest to guide his future processes. High is a motivating action that makes a human being rides his future and makes him capable. Interest is also important in the field of education. रुचि मनुखी जीवन विच बहुत महत्व रखती है। रुचि तो भाव है दिलचस्पी। रुचि किसी भी मनुख नूं काम करन लई प्रेरित करती है। यही उत्तेजक स्थितियां दिलचस्पी अखवाउंदियां हन। मनुख उन्हां किरिया विच ही उत्तेजता प्रकट करता है जिस विच ओह रुचि रखता है। ਕਿਸੇ ਵੀ ਵਿਅਕਤੀ ਨੂੰ ਜਾਣਨ ਲਈ ਉਸਦੇ ਭਵਿੱਖ ਦੀ ਪ੍ਰਕਿਰਿਆਵਾਂ ਦੀ ਅਗਵਾਈ ਕਰਨ ਲਈ ਰੁਚੀ ਨੂੰ ਜਾਣਨਾ ਜ਼ਰੂਰੀ ਹੁੰਦਾ ਹੈ। ਰੁਚੀ ਇੱਕ ਪ੍ਰੇਰਕ ਕਿਰਿਆ ਹੈ ਜੋ ਮਨੁੱਖ ਨੂੰ ਬਣਾਉਂਦਾ ਹੈ ਅਤੇ ਉਸਦਾ ਭਵਿੱਖ ਦੱਸਦਾ ਹੈ। ਸੋ ਰੁਚੀ ਜਿਹੜੀ ਹੈ ਕਿਸੇ ਵੀ, ਜਿੱਦਾਂ ਹੁਣ ਧਿਆਨ ਅਸੀਂ ਪੜ੍ਹਿਆ ਸੀ, ਧਿਆਨ ਤੋਂ ਬਾਅਦ ਸਾਡੀ ਆਂਦੀ ਰੁਚੀ ਹੈ। ਧਿਆਨ ਦੇਣ ਤੋਂ ਬਾਅਦ ਸਾਡਾ ਜਿਹੜਾ ਟੀਚਰ ਦਾ ਕੰਮ ਹੁੰਦਾ ਹੈ ਕਿ ਉਹਦੇ ਵਿੱਚ ਰੁਚੀ ਪੈਦਾ ਕਰਨਾ। ਉਸ ਤੋਂ ਬਾਅਦ ਅਸੀਂ ਟਾਈਪਸ ਆਫ ਇੰਟਰਸਟ ਬਾਰੇ ਪੜਾਂਗੇ। ਰੁਚੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ। ਰੁਚੀ ਅਸੀਂ ਜਿਹੜੀ ਹੈ 2 ਪ੍ਰਕਾਰ ਦੀ ਹੁੰਦੀ ਹੈ। 2 ਪ੍ਰਕਾਰ ਦੀ ਰੁਚੀ ਜਿਹੜੀ ਹੁੰਦੀ ਹੈ ਉਹ ਅਸੀਂ ਤੁਹਾਡੇ ਨਾਲ ਡਿਸਕਸ ਕਰਾਂਗੇ। ਹੈਰੀਡੇਟਰੀ ਔਰ ਇਨਹੈਰੀਡੇਟਰੀ ਇੰਟਰਸਟ। ਇੰਟਰਸਟ that arise within the awakening of natural instincts such as participating in competitions, increasing curiosity. These all are innate interest. Children's natural interests are in the sensations, smells, touches, and tastes generated by new things. Babies are interested in things, and very young children are interested in their mother. There are human activities in nature. Children takes more interest in them. ਉਹ ਰੁਚੀਆਂ ਜਿਹੜੀਆਂ ਕੁਦਰਤੀ ਸੂਝ ਨੂੰ ਜਗਾਉਣ ਨਾਲ ਸਾਹਮਣੇ ਆਉਂਦੀਆਂ ਹਨ, ਜਿਵੇਂ ਮੁਕਾਬਲੇ ਵਿੱਚ ਹਿੱਸਾ ਲੈਣਾ, ਉਤਸੁਕਤਾ ਵਧਾਉਣਾ, ਇਹ ਸਾਰੀਆਂ ਰੁਚੀਆਂ ਇਹਦੇ ਵਿੱਚ ਆਉਂਦੀਆਂ ਹਨ। ਇਹਨੂੰ ਜੱਦੀ ਰੁਚੀਆਂ ਕਿਹਾ ਜਾਂਦਾ ਹੈ, ਇਨਹੈਰੀਟਰੀ ਰੁਚੀਆਂ ਕਿਹਾ ਜਾਂਦਾ ਹੈ। ਬੱਚਿਆਂ ਦੀਆਂ ਕੁਦਰਤੀ ਰੁਚੀਆਂ ਨਵੀਆਂ ਚੀਜ਼ਾਂ ਦੁਆਰਾ ਉਤਪੰਨ ਸੰਵੇਦਨਾ, ਖੁਸ਼ਬੂ, ਸਪਰਸ਼ ਤੇ ਸਵਾਦ ਵਿੱਚ ਹੁੰਦੀਆਂ ਹਨ। ਬੱਚੇ ਚੀਜ਼ਾਂ ਵੱਲ ਦਿਲਚਸਪੀ ਰੱਖਦੇ ਹਨ ਅਤੇ ਛੋਟੇ ਬੱਚੇ ਆਪਣੀ ਮਾਂ ਵਿੱਚ ਦਿਲਚਸਪੀ ਰੱਖਦੇ ਹਨ। ਕੁਦਰਤੀ ਰੁਚੀ ਇੱਕ ਨਾਟਕੀ ਤੌਰ ਤੇ ਮਨੁੱਖੀ ਕਿਰਿਆਵਾਂ ਨੂੰ ਦਰਸਾਉਂਦੀ ਹੈ। ਬੱਚੇ ਇਹਨਾਂ ਵਿੱਚ ਜ਼ਿਆਦਾ ਰੁਚੀ ਲੈਂਦੇ ਹਨ। ਸੋ ਜਿਹੜੀਆਂ ਰੁਚੀਆਂ ਇਨਹੈਰੀਟਰੀ ਹੈ, ਜਿਸ ਤਰ੍ਹਾਂ ਕਿ ਆਪਣੀ ਮਾਂ ਵੱਲ ਰੁਚੀ ਹੋਣਾ, ਸੋ ਇਹ ਜਿਹੜੀਆਂ ਇਨਹੈਰੀਟਰੀ ਇੰਟਰਸਟ ਹੁੰਦੇ ਨੇ। ਐਕਵਾਇਰਡ ਇੰਟਰਸਟ ਕਿਹੜੇ ਹੁੰਦੇ ਨੇ? ਦ ਇੰਟਰਸਟ that is generated by combining other interest with the same thing in which the child is taking interest is called acquired interest.
ਬਾਲਕ ਜੋ ਜਿਹੜੇ ਬੱਚੇ ਹੁੰਦੇ ਨੇ ਜਿਸ ਚੀਜ਼ ਵਿੱਚ ਰੁਚੀ ਲੈ ਰਿਹਾ ਹੈ ਉਸੇ ਚੀਜ਼ ਨਾਲ ਹੋਰ ਰੁਚੀ ਵਾਲੀਆਂ ਚੀਜ਼ਾਂ ਨੂੰ ਜੋੜ ਕੇ ਜਿਹੜੀ ਰੁਚੀ ਉਤਪੰਨ ਹੁੰਦੀ ਹੈ ਉਸਨੂੰ ਪ੍ਰਾਪਤ ਰੁਚੀ ਆਖਿਆ ਜਾਂਦਾ ਹੈ ਜਾਂ ਉਹਨੂੰ ਐਕਵਾਇਰਡ ਇੰਟਰਸਟ ਵੀ ਆਖਿਆ ਜਾਂਦਾ ਹੈ, ਜਿਸ ਦਾ ਅਰਥ ਹੈ ਨਵੇਂ ਤੋਂ ਪੁਰਾਣੇ ਨਾਲ ਜੋੜਨਾ। ਦਿਲਚਸਪ ਚੀਜ਼ਾਂ ਨੂੰ ਉਸ ਨਾਲ ਜੋੜਨ ਦਾ ਦਿਲਚਸਪਹੀਣ ਹੋ ਚੁੱਕੀ ਹੋਵੇ। ਬੱਚਾ ਜਿਹੜਾ ਹੁੰਦਾ ਹੈ ਪੁਰਾਣੇ ਦਿਲਚਸਪਹੀਣ ਵਿੱਚ ਹੀ ਦਿਲਚਸਪੀ ਰੱਖਦਾ ਹੈ। ਪ੍ਰਾਪਤ ਦਿਲਚਸਪੀਆਂ ਆਦਤਾਂ ਅਨੁਭਵਾਂ ਭਾਵਨਾਵਾਂ ਸੰਵੇਦਨਾਵਾਂ ਦੇ ਉੱਤੇ ਨਿਰਭਰ ਕਰਦੀ ਹੈ। ਸੋ ਜਿਹੜੀ ਰੁਚੀ ਹੈ ਉਹ ਬਹੁਤ ਹੀ ਵੱਡਾ ਰੋਲ ਪਲੇ ਕਰਦੀ ਹੈ। ਐਕਵਾਇਰਡ ਰੁਚੀ ਉਹੀ ਰੁਚੀ ਹੁੰਦੀ ਹੈ ਜਿਹੜੀ ਅਸੀਂ ਪ੍ਰਾਪਤ ਕਰਦੇ ਹਾਂ। ਕਿਸ ਤਰ੍ਹਾਂ ਪ੍ਰਾਪਤ ਕਰਦੇ ਹਾਂ? ਜਦੋਂ ਅਸੀਂ ਇੱਕ ਚੀਜ਼ ਵੱਲ ਸਾਡਾ ਇੰਟਰਸਟ ਖਤਮ ਹੋ ਜਾਂਦਾ ਹੈ, ਉਹਨੂੰ ਦੁਬਾਰਾ ਉਹਦੇ ਵਿੱਚ ਇੰਟਰਸਟ ਪੈਦਾ ਕਰਨ ਲਈ ਉਹਦੇ ਰਿਲੇਟਡ ਅਸੀਂ ਚੀਜ਼ਾਂ ਵੱਲ ਧਿਆਨ ਦਿੰਦੇ ਹਾਂ ਤੇ ਸਾਡਾ ਇੰਟਰਸਟ ਜਿਹੜਾ ਉਹਦੇ ਵਿੱਚ ਹੋਰ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ। ਹਾਊ ਟੂ ਡਿਵੈਲਪ ਇੰਟਰਸਟ। ਹੁਣ ਜਿਹੜਾ ਵੈ ਰੁਚੀ ਅਸੀਂ ਕਿੱਦਾਂ ਡਿਵੈਲਪ ਕਰ ਸਕਦੇ ਹਾਂ? ਕਲੀਅਰ ਪਰਸਪੈਕਟਿਵ। ਦ ਟੀਚਰਸ ਪੁਆਇੰਟ ਆਫ ਵਿਊ ਸ਼ੁੱਡ ਬੀ ਕਲੀਅਰ ਵੈਨ ਟੀਚਿੰਗ। ਜਦੋਂ ਟੀਚਰ ਨੇ ਆਪਣਾ ਪੜ੍ਹਾਉਣਾ ਵੈ ਤੇ ਉਹਦਾ ਟੀਚਿੰਗ ਦਾ ਜਿਹੜਾ ਮੇਨ ਸਬਜੈਕਟ ਹੈ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ। ਇਟ ਸ਼ੁੱਡ ਬੀ ਡੈਮੋਨਸਟ੍ਰੇਟਿਵ ਟੂ ਦ ਸਟੂਡੈਂਟਸ। ਇਹ ਬਹੁਤ ਚੰਗੀ ਤਰ੍ਹਾਂ ਜਿਹੜਾ ਵੈ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ। ਇਟ ਸਟਰੈਂਥਨਸ ਦ ਟੀਚਰਸ ਰਿਜ਼ੋਲਵ ਐਂਡ ਹੈਲਪਸ ਦ ਚਿਲਡਰਨ ਟੂ ਕਨਸਨਟਰੇਟ ਔਨ ਅ ਪਾਰਟਿਕੂਲਰ ਸਬਜੈਕਟ ਵਿਦਆਊਟ ਹਿਜ਼ ਓਨ ਐਫਰਟ। ਇਹਦੇ ਨਾਲ ਕੀ ਹੁੰਦਾ ਹੈ ਕਿ ਟੀਚਰ ਜਦੋਂ ਪ੍ਰੋਪਰ ਪਰਸਪੈਕਟਿਵ ਪ੍ਰੋਪਰ ਉਹਦਾ ਵਿਊ ਦੱਸ ਦਿੰਦਾ ਹੈ ਸਬਜੈਕਟ ਦਾ ਤੇ ਬੱਚਾ ਜਿਹੜਾ ਹੈ ਉਹਦੇ ਪ੍ਰੋਪਰਲੀ ਇਨਵੋਲਵ ਹੋ ਜਾਂਦਾ ਹੈ ਤੇ ਉਹ ਆਪਣੇ ਬਿਨਾਂ ਐਫਰਟਸ ਤੋਂ ਬਗੈਰ ਹੀ ਉਹਦੇ ਵਿੱਚ ਇਨਵੋਲਵਮੈਂਟ ਸ਼ੋ ਕਰ ਦਿੰਦਾ ਹੈ ਤੇ ਰੁਚੀ ਉਹਦੀ ਵੱਧ ਜਾਂਦੀ ਹੈ। ਵੇਰੀਏਸ਼ਨ। Teachers should bring variations in their subjects while teaching so that children interest in learning increases. Teachers ਦਾ ਜਿਹੜਾ ਵੈ ਉਹ ਸਬਜੈਕਟ ਜਿਹੜਾ ਪੜ੍ਹਾ ਰਿਹਾ ਉਹਦੇ ਵਿੱਚ ਵੇਰੀਏਸ਼ਨ ਯੂਜ਼ ਕਰਨਾ ਚਾਹੀਦਾ ਹੈ। ਕਈ ਵਾਰ ਉਹਨੂੰ ਜਿਹੜਾ ਵੈ ਲੈਪਟਾਪਸ ਜਾਂ ਕੰਪਿਊਟਰਸ ਯੂਜ਼ ਕਰਨੇ ਚਾਹੀਦੇ ਹੈ, ਕਈ ਵਾਰ ਉਹਨੂੰ ਬੋਰਡ ਦੀ ਹੈਲਪ ਲੈਣੀ ਚਾਹੀਦੀ ਹੈ। ਸੋ ਅਲੱਗ-ਅਲੱਗ ਵੇਰੀਏਸ਼ਨਸ ਦੇ ਨਾਲ ਉਹਨੂੰ ਪੜ੍ਹਾਉਣਾ ਚਾਹੀਦਾ ਹੈ ਤਾਂ ਕਿ ਜਿਹੜਾ ਸਟੂਡੈਂਟ ਹੈ ਉਹਦੇ ਵਿੱਚ ਇੰਟਰਸਟ ਬਣਾਏ ਰੱਖ ਸਕੇ। Interesting things. The teacher should use interesting things in the class so that the children pay attention to them on their own. Children's ਦੀ attention ਨੂੰ ਹੋਰ ਜਨਰੇਟ ਕਰਨ ਵਾਸਤੇ ਅੱਜ ਕੱਲ੍ਹ YouTube ਵੀਡੀਓਜ਼ ਦਿਖਾਉਣੀਆਂ ਚਾਹੀਦੀਆਂ, ਹੋਰ ਕੁਛ ਇਹੋ ਜਿਹੇ ਐਲੀਮੈਂਟਸ ਯੂਜ਼ ਕਰਨੇ ਚਾਹੀਦੇ ਹੈ ਜਿਸ ਦੇ ਨਾਲ ਇੰਟਰਨੈਟ ਯੂਜ਼ ਕਰਨੀ ਚਾਹੀਦੀ ਹੈ, ਜਿਸ ਦੇ ਨਾਲ ਜਿਹੜਾ ਬੱਚਿਆਂ ਦਾ ਇੰਟਰਸਟ ਵੱਧ ਸਕੇ। ਬੱਚਿਆਂ ਨੂੰ ਵੀ ਸਿਖਾਉਣਾ ਚਾਹੀਦਾ ਹੈ ਕਿ ਕਿੱਦਾਂ ਇੰਟਰਨੈਟ ਅਸੀਂ ਚਲਾਉਂਦੇ ਹਾਂ ਜਾਂ ਹੋਰ ਨਵੀਆਂ ਲੇਟੈਸਟ ਟੈਕਨੀਕਸ ਕਿੱਦਾਂ ਚਲਾ ਸਕਦੇ ਹਾਂ, ਇਹ ਸਾਰੀ ਜਾਣਕਾਰੀ ਬੱਚਿਆਂ ਨੂੰ ਦੇਣੀ ਚਾਹੀਦੀ ਹੈ। ਰਿਵਾਰਡਸ ਐਂਡ ਪਨਿਸ਼ਮੈਂਟ। The teacher should use reward and punishment for the students. If a student does a good job, he should be rewarded. This will create a sense of loyalty, attention in the subject student, and he will focus on good deeds out of fear of punishment. ਬੱਚਿਆਂ ਨੂੰ ਰਿਵਾਰਡਸ ਵੀ ਦੇਣੇ ਚਾਹੀਦੇ ਨੇ। ਜੇ ਉਹ ਬਹੁਤ ਚੰਗਾ ਕੰਮ ਕਰਦਾ ਹੈ ਉਹਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਜਿਹਦੇ ਨਾਲ ਉਹਦੀ ਸੈਲਫ ਆਪਣਾ ਇੰਟਰਸਟ ਆਪਣੇ ਆਪ ਹੀ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਉਹਨੂੰ ਇਹਦਾ ਡਰ ਨਹੀਂ ਰਹਿੰਦਾ ਕਿ ਮੇਰੇ ਕੋਲ ਕੋਈ ਪਨਿਸ਼ਮੈਂਟ ਹੋ ਜਾਏਗੀ ਜਾਂ ਮੈਨੂੰ ਪਨਿਸ਼ਮੈਂਟ ਮਿਲੇਗੀ, ਮੈਨੂੰ ਰਿਵਾਰਡ ਵੀ ਮਿਲ ਸਕਦਾ ਹੈ। ਇਸ ਕਰਕੇ ਉਹ ਜ਼ਿਆਦਾ ਇੰਟਰਸਟ ਰੱਖਦਾ ਵਾ। ਕਿ ਟੀਚਰ ਤੇ ਡਿਪੈਂਡ ਕਰਦਾ ਹੈ ਕਿ ਉਹਨੇ ਆਪਣੇ ਸਬਜੈਕਟ ਦੇ ਵਿੱਚ ਰੁਚੀ ਕਿੱਦਾਂ ਪੈਦਾ ਕਰਨੀ ਹੈ। Work as needed. The student should be given the work as needed. He should be given as much work as he can do easily. This allows him to focus on one task at a time. Student ਜਿਹੜਾ ਵੈ ਉਹਨਾਂ ਨੂੰ ਜ਼ਰੂਰਤ ਜਿਹੜੀ ਬਹੁਤ ਜ਼ਰੂਰੀ ਕੰਮ ਹੈ ਉਹ ਜ਼ਰੂਰ ਪ੍ਰੋਵਾਈਡ ਕਰਦੇ ਰਹਿਣਾ ਚਾਹੀਦਾ ਹੈ, ਜਿਸ ਦੇ ਨਾਲ ਕਿ ਉਹ ਬੱਚਾ ਇਨਵੋਲਵ ਹੁੰਦਾ ਰਹਿੰਦਾ ਹੈ ਤੇ ਉਹ ਆਪਣੇ ਜਿਹੜੇ ਕੰਮ ਪ੍ਰਤੀ ਫੋਕਸ ਰਹਿੰਦਾ ਹੈ ਕਿ ਉਹਨੇ ਕਿਹੜਾ ਕੰਮ ਤੇ ਕਿੰਨੇ ਟਾਈਮ ਦੇ ਵਿੱਚ ਪੂਰਾ ਕਰਨਾ ਹੈ। Participating in sports, the teacher should keep encouraging the student to participate in sports so that his focus on work gets morale. So students ਨੂੰ ਮੋਟੀਵੇਟ ਕਰਨ ਵਾਸਤੇ ਟੀਚਰਸ ਨੂੰ ਐਨਕਰੇਜ ਕਰਨਾ ਚਾਹੀਦਾ ਹੈ ਕਿ ਬੱਚੇ ਜਿਹੜੇ ਹੈ ਗਰੁੱਪਸ ਦੇ ਵਿੱਚ ਜਾਂ ਸਪੋਰਟਸ ਦੇ ਵਿੱਚ ਪਾਰਟਿਸਿਪੇਟ ਕਰਦੇ ਰਹਿਣ ਤਾਂ ਕਿ ਉਹਨਾਂ ਦਾ ਆਪਣੀ ਪੜ੍ਹਾਈ ਤੋਂ ਇਲਾਵਾ ਦੂਸਰੀਆਂ ਕਿਰਿਆਵਾਂ ਦੇ ਵਿੱਚ ਵੀ ਧਿਆਨ ਬਣਦਾ ਰਹੇ, ਜਿਹਦੇ ਨਾਲ ਕੀ ਹੋਏਗਾ ਉਹ ਥੋੜਾ ਰਿਲੈਕਸ ਹੋ ਜਾਂਦਾ ਸਟੂਡੈਂਟ ਤੇ ਜਿਹੜਾ ਆਪਣਾ ਸਬਜੈਕਟ ਕਲਾਸ ਦਾ ਹੁੰਦਾ ਵੈ ਉਹਦੇ ਪ੍ਰਤੀ ਉਹਦਾ ਰੁਝਾਨ ਜਿਹੜਾ ਵੈ ਪੂਰਾ ਬਣਿਆ ਰਹਿੰਦਾ ਹੈ। ਸੋ ਹੁਣ ਮੇਰਾ ਟੌਪਿਕ ਖਤਮ ਹੋ ਚੁੱਕਾ ਹੈ। ਸੋ ਮੈਂ ਤੁਹਾਡੇ ਨਾਲ ਮਿਸ਼ਨ ਫਤਿਹ ਬਾਰੇ ਜ਼ਿਕਰ ਕਰਦੀ ਹਾਂ, ਜਿਹੜੀ ਕਿ ਮੁਹਿੰਮ ਸਾਡੇ ਕੈਪਟਨ ਸਾਹਿਬ ਨੇ ਚਲਾਈ ਹੈ। ਸੋ ਉਹਨਾਂ ਦਾ ਮੇਨ ਮੋਟੋ ਹੈ ਕਿ ਜਿਹੜਾ ਸਾਡਾ ਮਹਾਮਾਰੀ ਚੱਲ ਰਹੀ ਹੈ ਉਸ ਤੋਂ ਬਚਾਅ ਹੋ ਸਕੇ। ਉਹਦਾ ਮੇਨ ਮੋਟੋ ਹੈ ਸਟੇ ਹੋਮ ਐਂਡ ਸੇਵ ਲਾਈਵਸ। ਘਰ ਵਿੱਚ ਰਹੋ ਤੇ ਆਪਣੀ ਜ਼ਿੰਦਗੀ ਬਚਾ ਕੇ ਰੱਖੋ। ਹੈਲਪ ਸਟਾਪ ਕਰੋਨਾ ਵਾਇਰਸ। ਕਰੋਨਾ ਵਾਇਰਸ ਨੂੰ ਮਹਾਮਾਰੀ ਨੂੰ ਰੋਕਣ ਵਾਸਤੇ ਸਭ ਤੋਂ ਪਹਿਲਾ ਸਟੈਪ ਹੈ ਕਿ ਆਪਣੇ ਘਰ ਵਿੱਚ ਰਹੋ ਤੇ ਜ਼ਰੂਰਤ ਪੈਣ ਤੇ ਹੀ ਬਾਹਰ ਨਿਕਲੋ।
ਸਟੈਪ 2 ਹੈ ਕੀਪ ਅ ਸੇਫ ਡਿਸਟੈਂਸ। ਜੇ ਤੁਸੀਂ ਘਰ ਤੋਂ ਬਾਹਰ ਚਲੇ ਵੀ ਗਏ ਹੋ ਤੇ ਆਪਸ ਦੇ ਵਿੱਚ ਜਿਹੜਾ ਇੱਕ ਡਿਸਟੈਂਸ ਬਣਾਏ ਰੱਖੋ ਤਾਂ ਕਿ ਕੋਈ ਵੀ ਪ੍ਰੋਬਲਮ ਇਹੋ ਜਿਹੀ ਉਤਪੰਨ ਨਾ ਹੋ ਸਕੇ। ਸਟੈਪ ਨੰਬਰ 3 ਵਾਸ਼ ਹੈਂਡਸ ਓਫਨ। ਆਪਣੇ ਹੱਥ ਜਿਹੜੇ ਆ ਨਾਲੋਂ ਨਾਲ ਜਿਹੜੇ ਆ ਧੋਂਦੇ ਰਹੋ। ਸਟੈਪ ਨੰਬਰ 4 ਕਵਰ ਯੂਰ ਕਫ। ਜੇ ਤੁਹਾਨੂੰ ਖਾਂਸੀ ਜ਼ੁਕਾਮ ਹੋ ਗਿਆ ਤੇ ਉਹਨੂੰ ਆਪਣੇ ਨੱਕ ਤੇ ਮੂੰਹ ਨੂੰ ਢੱਕ ਕੇ ਰੱਖੋ। ਸਟੈਪ ਨੰਬਰ 5 ਜੇ ਤੁਸੀਂ ਬਿਮਾਰ ਪੈ ਜਾਂਦੇ ਹੋ ਤੇ 104 ਨੰਬਰ ਤੇ ਹੈਲਪਲਾਈਨ ਨੰਬਰ ਤੇ ਤੁਸੀਂ ਕਾਲ ਕਰਕੇ ਲੋੜੀਂਦੀ ਸੇਵਾਵਾਂ ਲੈ ਕੇ ਤੇ ਆਪਣੀ ਬਿਮਾਰੀ ਨੂੰ ਦੂਰ ਕਰ ਸਕਦੇ ਹੋ। ਹਾਂਜੀ, ਕੋਈ ਕੁਐਸਚਨਸ ਹੈ ਤੇ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ। ਮੈਮ ਅਨਮਿਊਟ ਕਰ ਲਿਓ ਜੀ। ਹਾਂਜੀ ਹਾਂਜੀ ਹਾਂਜੀ, ਕੁਐਸਚਨਸ ਹੈ ਤੇ ਪਲੀਜ਼ ਪੁੱਛੋ ਸਟੂਡੈਂਟਸ, ਪਾਰਟਿਸਿਪੈਂਟਸ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਸਤਿ ਮੈਮ। ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਮੈਡਮ ਮਨਜਿੰਦਰ ਹੋ ਰਹੀ ਹਾਂ। ਹਾਂਜੀ ਹਾਂਜੀ ਮੈਮ। ਹਾਂਜੀ, ਬਹੁਤ ਵਧੀਆ ਟੌਪਿਕ ਸੀ ਤੁਹਾਡਾ, ਇੰਟਰਸਟ ਤੇ ਹਾਂਜੀ 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 ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਤੁਸੀਂ। ਤੇ ਹਾਂਜੀ ਹਾਂਜੀ ਥੈਂਕ ਯੂ। ਬੱਚਿਆਂ ਨੂੰ ਵੀ ਇਹਦਾ ਫਾਇਦਾ ਹੋਏਗਾ। ਹਾਂਜੀ ਹਾਂਜੀ ਤੁਹਾਨੂੰ ਵੱਡਿਆਂ ਨੂੰ ਹੋਏਗਾ ਕਿ ਆਪਣਾ ਧਿਆਨ ਕਿਸ ਤਰ੍ਹਾਂ ਇਕਾਗਰ ਕਰਨਾ। ਠੀਕ ਹਾਂਜੀ ਹੈ, ਹਾਂਜੀ ਥੈਂਕ ਯੂ ਥੈਂਕ ਯੂ ਜੀ। ਸੋ ਮਚ। ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ। ਹਾਂਜੀ, ਜੇ ਕਿਸੇ ਦੇ ਕੁਐਸਚਨਸ ਹੈ ਤਾਂ ਪਲੀਜ਼ ਪਾਰਟਿਸਿਪੈਂਟਸ ਤੁਸੀਂ ਮੈਨੂੰ ਪੁੱਛ ਸਕਦੇ ਹੋ। You can ask me in English. ਹਾਂਜੀ, ਕੋਈ ਕੁਐਸਚਨਸ ਹੈ ਤੇ ਪਲੀਜ਼ ਪੁੱਛੋ ਮੈਨੂੰ। ਹੈਲੋ ਮੈਮ। ਹੈਲੋ, ਹਾਂਜੀ। ਹਾਂਜੀ ਮੈਮ, ਸਤਿ ਸ਼੍ਰੀ ਅਕਾਲ। ਨੀਤੂ ਆ ਸਤਿ ਸ਼੍ਰੀ ਮੈਮ। ਹਾਂਜੀ ਜਿਵੇਂ ਟੌਪਿਕ ਸਾਰਾ ਇੰਗਲਿਸ਼ 'ਚ ਸੀ ਹੈ ਨਾ, ਤੇ ਸਟੋਰ ਹਾਂਜੀ ਕਰੋ ਐਗਜ਼ਾਮ 'ਚ ਵੀ ਅਸੀਂ ਇਹਦੇ ਟੌਪਿਕ ਇੰਗਲਿਸ਼ 'ਚ ਐਕਸਪਲੇਨ ਕਰਾਂਗੇ। ਜਿਵੇਂ ਨਹੀਂ, ਕੁਐਸਚਨ ਆਉਂਦਾ ਜਿਵੇਂ ਕੁਐਸਚਨ ਹੁੰਦਾ ਹੈ ਤੁਸੀਂ, ਮੈਂ ਤੁਹਾਨੂੰ ਪੰਜਾਬੀ 'ਚ ਵੀ ਸਮਝਾਇਆ ਵਾ, ਤੁਸੀਂ ਹਾਂਜੀ ਇਹਨੂੰ ਹਾਂਜੀ ਆਪਣੇ ਅਕੋਰਡਿੰਗਲੀ ਜਿਹੜੇ ਪੁਆਇੰਟਸ ਹੈ ਉਹਨੂੰ ਤੁਸੀਂ ਐਕਸਪਲੇਨ ਕਰ ਸਕਦੇ ਹੋ ਪੰਜਾਬੀ ਦੇ ਵਿੱਚ, ਕਿਉਂਕਿ ਇਹ ਬੁੱਕਸ ਓਕੇ ਤੋਂ ਇਲਾਵਾ ਤੁਹਾਨੂੰ ਜਿਹੜੇ ਕੁਐਸਚਨ, ਜਿਹੜੇ ਆਨਸਰ ਦੇਣ ਵਾਸਤੇ ਤੁਹਾਨੂੰ ਲੈਂਥੀ ਕੁਐਸਚਨ ਬਣਾਉਣ ਵਾਸਤੇ ਕਾਫੀ ਪੁਆਇੰਟਸ ਮਿਲ ਜਾਣਗੇ, ਤੁਸੀਂ ਉਹ ਐਕਸਪਲੇਨ ਕਰ ਸਕਦੇ ਹੋ। ਓਕੇ ਮੈਮ। ਹਾਂ, ਜਿੰਨਾ ਤੁਹਾਡੇ ਮਾਰਕਸ ਹੋਰ ਇਨਕਰੀਜ਼ ਹੋ ਸਕਦੇ ਆ, ਕਿਉਂਕਿ ਬੁੱਕਸ ਦਾ ਮਟੀਰੀਅਲ ਥੋੜਾ ਘੱਟ ਹੁੰਦਾ ਹੈ। ਅਸੀਂ ਜਿਹੜਾ ਬਣਾਉਂਦੇ ਹਾਂਜੀ ਹਾਂ ਉਹਦੇ ਵਿੱਚ ਤੁਹਾਨੂੰ ਵੱਧ ਤੋਂ ਵੱਧ ਮਟੀਰੀਅਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਤੁਸੀਂ ਕੁਐਸਚਨਸ ਹਾਂਜੀ ਅਟੈਂਪਟ ਕਰ ਸਕੋ। ਹਾਂਜੀ ਹਾਂਜੀ ਹਾਂਜੀ, ਥੈਂਕ ਯੂ ਮੈਮ। ਹਾਂਜੀ ਹਾਂਜੀ ਮੈਮ ਮੈਂ ਮਤਲਬ ਜਿਹੜੀ ਕਲਾਸ ਆ ਲੇਟ ਜੁਆਇਨ ਕੀਤੀ ਆ, ਮੈਂ ਵੀ ਮੇਰਾ ਸੈਕਿੰਡ ਲੈਕਚਰ ਆ, ਤੇ ਜਿਹੜਾ ਹਾਂਜੀ ਪਹਿਲਾਂ ਹਾਂਜੀ ਸਿਲੇਬਸ ਸੀ ਮੇਰੇ ਕੋਲ ਫੋਨ ਨਹੀਂ ਸੀ, ਜਿਹਦੇ ਕਰਕੇ ਮੇਰੇ ਕੋਲ ਨਾ ਕਲਾਸ ਜੁਆਇਨ ਨਹੀਂ ਹੋਈ। ਤੇ ਜਿਹੜਾ ਓਕੇ ਪਹਿਲਾ ਜੀ। ਸਿਲੇਬਸ ਆ ਫਿਰ ਉਹ ਹੁਣ ਮਤਲਬ ਮੈਂ ਤੁਹਾਡੇ ਕੋਲ ਫੋਨ ਤੇ ਪੁੱਛ ਲਾਂਗੀ, ਮੈਂ ਖੁਦ ਕਰ ਲਾਂਗੀ, ਥੋੜਾ ਹਿੰਟ ਲੈ ਲਾਂਗੀ ਇਸ ਤਰ੍ਹਾਂ। ਹਾਂਜੀ ਹਾਂਜੀ, ਕੋਈ ਨਹੀਂ, ਤੁਸੀਂ ਜਦੋਂ ਮਰਜ਼ੀ ਮੈਨੂੰ ਕਾਲ ਕਰ ਸਕਦੇ ਹੋ। ਮੈਂ ਅੱਗੇ ਆਪਣਾ ਨੰਬਰ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ, ਤੁਸੀਂ ਹਾਂਜੀ ਨੰਬਰ ਮੈਮ, ਤੁਸੀਂ ਯੂਜ਼ ਕਰਕੇ ਤੁਸੀਂ ਮੈਨੂੰ ਕਦੇ ਵੀ ਕਾਲ ਕਰ ਸਕਦੇ ਹੋ। ਹਾਂਜੀ ਠੀਕ ਹੈ ਮੈਮ, ਥੈਂਕ ਯੂ। ਥੈਂਕ ਯੂ। ਹਾਂਜੀ, ਹੋਰ ਕੁਐਸਚਨਸ ਹੈ ਕਿਸੇ ਦੇ ਤੇ ਪੁੱਛੋ ਸਾਰੇ। ਹਾਂਜੀ ਜੀ ਪਾਰਟਿਸਿਪੈਂਟਸ। ਹਾਂਜੀ ਲਾਸਟ ਟਾਈਮ ਮੈਮ। ਕਰ ਦੋ ਸ਼ੇਅਰ ਨਾ। ਜੀ ਹਾਂਜੀ ਹਾਂਜੀ। ਸੋ ਮੈਂ ਵਿਭਾ ਚੌਹਾਨ ਤੁਹਾਡਾ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੇਰਾ ਲੈਕਚਰ ਸੁਣਿਆ, ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਡਾ ਜਿਹੜਾ ਵੈ ਕੁਐਸਚਨ ਜਿਹੜੇ ਆਉਂਦੇ ਹੈ ਅਟੈਂਸ਼ਨ ਐਂਡ ਇੰਟਰਸਟ ਦੇ ਰਿਲੇਟਡ, ਤੁਸੀਂ ਆਪਣੇ ਕੁਐਸਚਨਸ ਨੂੰ ਹੋਰ ਇਨਕਰੀਜ਼ ਵਧਾ ਕੇ ਲਿਖ ਸਕਦੇ ਹੋ। ਬੁੱਕਸ ਤੋਂ ਇਲਾਵਾ ਇਹ ਮਟੀਰੀਅਲ ਹੈ। ਸੋ ਥੈਂਕਸ ਆਪਣੇ ਡਿਪਟੀ ਡਾਇਰੈਕਟਰ ਮਿਸਟਰ ਵਿਜੇਂਦਰ ਧਵਨ ਦਾ, ਜਿਨ੍ਹਾਂ ਨੇ ਸਾਨੂੰ ਇਹ ਪਲੈਟਫਾਰਮ ਦਿੱਤਾ। ਤੇ ਮੇਰਾ ਕੰਟੈਕਟ ਨੰਬਰ ਹੈ 8284490005। ਕੰਟੈਕਟ ਡਿਟੇਲਸ ਨੇ ਮੇਰੀਆਂ 828484490005। ਆਈਡੀ ਹੈ ਚੌਹਾਨ ਵਿਭਾ 17@yahoo.in। ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ, ਮੇਰੀ ਈਮੇਲ ਆਈਡੀ ਤੇ ਵੀ ਜੋ ਕੁਝ ਪੁੱਛਣਾ ਹੈ ਤੁਸੀਂ ਪੁੱਛ ਸਕਦੇ ਹੋ, ਮੇਲ ਕਰ ਸਕਦੇ ਹੋ। ਸੋ ਥੈਂਕ ਯੂ ਬਹੁਤ ਬਹੁਤ ਤੁਹਾਡਾ, ਤੁਸੀਂ ਮੇਰਾ ਲੈਕਚਰ ਸੁਣਿਆ। ਥੈਂਕ ਯੂ।